ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇਸ਼ ਵਿਦੇਸ਼ UK यूरोप सिख चैनल वेख रही सारिया संगतां दा सिख चैनल ते बहुत बहुत स्वागत है जी। तुसीं प्रोग्राम वेख रहे हो बिहाइंड द हैडलाइनस प्रोग्राम लैके तुहाडे वास्ते असीं हाज़र हाँ। अज दे इस प्रोग्राम दे विच साडे नाल गलबात करन वास्ते भाई साहब भाई हरिंदर सिंह जी गिल वो भी जुड़ चुके ने अते ऑल इंडिया सिख स्टूडेंट फैडरेशन दे प्रधान सरदार करनैल सिंह जी पीर मुहम्मद वो भी जुड़ चुके हैं तो उन्होंने तो इलावा लाइन पर जुड़ चुके हैं जो श्रोमणी गुरुद्वारा प्रबंधक कमेटी वालों हटाए गए 5 प्यारियां दे विचों भाई साहब भाई सतनाम सिंह जी वो भी साडे नाल लाइव कॉल ते जुड़े हुए हैं। आओ इन्हां नाल आपां गलबात शुरू करते हैं जी। भाई साहब जी सारियां नूं वाहिगुरू जी का खालसा वाहिगुरू जी की फतेह जी। वाहिगुरू जी का खालसा वाहिगुरू जी की तुहाडा जी सब दा सिख चैनल दे स्टूडियो विच बहुत बहुत निघा स्वागत है। जिवें कि आपां गल कर रहे हैं जी अज दा जिहड़ा अपना विशा है गल करन दा पिछले समय तो किते ना किते कोई मंग उठी है कि वर्ल्ड सिख जिहड़ी पार्लीमेंट बनाई जावे। इहदे बारे मैं सब तो पहला भाई साहब भाई सतनाम सिंह जी उन्हां वल जाना चाहांगा जो साडे नाल लाइन ते जुड़े हुए हैं जो 5 प्यारियां दे विचों हन उन्हां वल मैं जावांगा। भाई साहब जी तुहाडा इस बारे की कहना जी? हाँ जी, पहले तो तुहाडे सारे प्रबंधकां नूं सिख चैनल दे और सारे वीरां नूं जिहड़े बुलारे ने ते सारी संगत नूं वाहिगुरू जी का खालसा वाहिगुरू जी की फतेह जी। हाँ, वर्ल्ड सिख पार्लीमेंट दी जिहड़ी गल है जी मैं बेनती करदे हां भी ਇਹ ਅੱਜ ਨਹੀਂ ਪਹਿਲਾਂ ਹੀ ਇਹਦੀ ਸ਼ੁਰੂਆਤ ਹੋਈ ਸੀ ਭਾਵੇਂ ਕਿ 1995 ਦੇ ਵਿੱਚ ਉਹਨੂੰ ਵਿਸ਼ਵ ਸਿੱਖ ਸੰਮੇਲਨ ਦਾ ਨਾਮ ਦਿੱਤਾ ਗਿਆ ਪਰ ਉਸ ਤੋਂ ਬਾਅਦ ਵਿੱਚ ਕੁਝ ਹੋ ਨਹੀਂ ਸਕਿਆ। ਇਹ ਇਸ ਵੇਲੇ ਮੌਜੂਦਾ ਸਮੇਂ ਦੇ ਵਿੱਚ ਭਾਰਤ ਅਤੇ ਭਾਰਤ ਤੋਂ ਬਾਅਦ ਵਸਦੇ ਹਰੇਕ ਸਿੱਖ ਦੇ ਮਨ ਦੀ ਚਾਹਨਾ ਹੈ ਕਿ ਕੋਈ ਨਾ ਕੋਈ ਇੱਕ ਇਹੋ ਜਿਹੀ ਸੈਂਟਰਲ ਜਥੇਬੰਦੀ ਬਣਨੀ ਚਾਹੀਦੀ ਹੈ ਜਿਹਦੇ ਨਾਲ ਅਸੀਂ ਇੱਕ ਪਲੇਟਫਾਰਮ ਤੇ ਇਕੱਠੇ ਹੋ ਸਕੀਏ। उस तरह ਜਿਹੜੀਆਂ ਜਥੇਬੰਦੀਆਂ ਅੱਗੇ ਕੰਮ ਕਰ ਰਹੀਆਂ ਨੇ ਉਹਨਾਂ ਤੇ ਕੋਈ ਕਿੰਤੂ ਪਰੰਤੂ ਨਹੀਂ ਹੈ, ਸਾਰੇ ਆਪਣੇ ਆਪਣੇ ਫੀਲਡ ਵਿੱਚ ਸਾਰੇ ਕੰਮ ਕਰ ਰਹੇ ਨੇ ਪਰ ਇੱਕ ਸੈਂਟਰਲ ਜਥੇਬੰਦੀ ਅਜੇ ਤੱਕ ਨਹੀਂ ਬਣ ਸਕੀ। ਜੇ ਕੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਤਾਂ ਉੱਤੇ ਇੱਕ ਪਰਿਵਾਰ ਦਾ ਕਬਜ਼ਾ ਚੱਲਿਆ ਆਉਂਦਾ। ਇਸ ਲਈ ਇਹ ਜਿਹੜੀ ਸਿੱਖ ਪਾਰਲੀਮੈਂਟ ਵਰਲਡ ਸਿੱਖ ਪਾਰਲੀਮੈਂਟ ਬਣਨ ਜਾ ਰਹੀ ਹੈ ਇਹਨੂੰ ਮੈਂ ਤਾਂ ਨਿੱਘੇ ਦਿਲ ਦੇ ਨਾਲ ਆਪਣੇ ਦਿਲ ਦੀਆਂ ਗਹਿਰਾਈਆਂ ਵਿੱਚੋਂ ਇਹਨਾਂ ਨੂੰ ਵੈਲਕਮ ਕਰਦਾ ਵੀ ਇਹ ਤਾਂ ਬਹੁਤ ਵਧੀਆ ਕਾਰਜ ਹੋਣ ਜਾ ਰਿਹਾ ਹੈ ਤੇ ਇਹ ਬਣਨਾ ਚਾਹੀਦਾ ਜੀ। ठीक है भाई साहब भाई हरिंदर सिंह जी तुसीं इन्हां दे विचारां नाल किन्ने सहमत हो? बिल्कुल वर्ल्ड सिख पार्लीमेंट की गल जिहड़ी आ वो पिछले दिनों दे विच जिहड़ी आ वो सामने आई है। भाई जगतार सिंह हवारा दे वल्लों कहा गया है कि इस दे उत्ते काम होना चाहिए है तो बननी भी जरूर चाहिए है पर ये बनन दे विच जे कह लिया जाए कि दिक्कतां परेशानियां भी काफ़ी ने क्योंकि सारियां जथेबंदियां जिहड़ियां आ वो मिल के जेकर काम करन ਤਾਂ ਹੀ ਇੱਕ ਅਸੀਂ ਸੁਚੱਜੇ ਢੰਗ ਦੇ ਨਾਲ ਇਸ ਦੀ ਰੂਪ ਰੇਖਾ ਜਿਹੜੀ ਆ ਉਸ ਨੂੰ ਉਲੀਕ ਸਕਦੇ ਹਾਂ, ਇਸ ਨੂੰ ਬਣਾ ਸਕਦੇ ਹਾਂ ਕਿਉਂਕਿ ਗੱਲਾਂ ਕਰਨ ਸੁਖਾਲੀਆਂ ਤੇ ਔਖੇ ਪਾਲਣੇ ਬੋਲ ਵਾਲੀ ਗੱਲ ਜਿਹੜੀ ਆ ਉਹ ਸਾਹਮਣੇ ਆਉਂਦੀ ਆ ਕਿ ਜੇਕਰ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋਣ ਕਿਉਂਕਿ ਅਸੀਂ ਪਿਛਲੇ ਸਮੇਂ 'ਚ ਦੇਖਿਆ ਹੈ ਕਿ ਪੰਜਾਬ ਦੇ ਵਿੱਚ ਹੀ ਇੱਕ ਦੋ ਜਥੇਬੰਦੀਆਂ ਜਿਹੜੀਆਂ ਆ ਇੱਕ ਦੂਜੇ ਦੇ ਆਮੋ ਸਾਹਮਣੇ ਵੀ ਜਿਹੜੀਆਂ ਆ ਹੋਈਆਂ ਨੇ ਪਰ ਹੁਣ ਇਹ ਲੋੜ ਆ ਕਿ ਅਸੀਂ ਇਕੱਠੇ ਹੋ ਕੇ ਵਰਲਡ ਸਿੱਖ ਪਾਰਲੀਮੈਂਟ ਦੇ ਵਾਸਤੇ ਹੱਲਾ ਮਾਰੀਏ ਤੇ ਵਿਦੇਸ਼ਾਂ ਦੇ ਵਿੱਚ ਵਾਸਤੇ ਜਿਹੜੇ ਸਾਡੇ ਸਿੱਖ ਵੀਰ ਨੇ ਸੂਝਵਾਨ ਬੁੱਧੀਜੀਵੀ ਜਿਹੜੇ ਨੇ ਉਹਨਾਂ ਨੂੰ ਵੀ ਨਾਲ ਲਈਏ ਤੇ ਸੂਝਵਾਨ ਸਿੱਖਾਂ ਨੂੰ ਨਾਲ ਲੈ ਕੇ ਇੱਕ ਅਜਿਹੀ ਵਰਲਡ ਸਿੱਖ ਪਾਰਲੀਮੈਂਟ ਬਣਾਈ ਜਾਵੇ ਜਿਸ ਦੇ ਨਾਲ ਸਿੱਖਾਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਲਾਂ ਦੇ ਨਾਲ ਨਾਲ ਹੋਰ ਕਈ ਮਸਲੇ ਜਿਹੜੇ ਅਜੇ ਤੱਕ ਹੱਲ ਨਹੀਂ ਹੋਏ ਤੇ ਨਾ ਹੀ ਅਸੀਂ ਆਸ ਕਰ ਸਕਦੇ ਹਾਂ ਕਿ ਸਰਕਾਰਾਂ ਜਿਹੜੀਆਂ ਉਹ ਹੱਲ ਕਰਨਗੀਆਂ ਉਹ ਆਪਣੇ ਪੱਧਰ ਦੇ ਉੱਤੇ ਕਿ ਇੰਟਰਨੈਸ਼ਨਲ ਜਥੇਬੰਦੀ ਬਣ ਕੇ ਹੀ ਜਿਹੜੇ ਆ ਹੱਲ ਹੋ ਸਕਦੇ ਆ। ਭਾਈ ਸਾਹਿਬ ਭਾਈ ਕਰਨੈਲ ਸਿੰਘ ਜੀ ਪੀਰ ਮੁਹੰਮਦ ਸਾਹਿਬ ਤੁਸੀਂ ਦੋਵਾਂ ਦੇ ਵਿਚਾਰ ਸੁਣੇ ਨੇ ਭਾਈ ਸਾਹਿਬ ਭਾਈ ਹਰਿੰਦਰ ਸਿੰਘ ਦੇ ਤੇ ਭਾਈ ਸਾਹਿਬ ਭਾਈ ਸਤਨਾਮ ਸਿੰਘ ਦੇ ਤੇ ਤੁਸੀਂ ਇਹ ਜਿਹੜੀ ਹੈਗੀ ਆ ਪਾਰਲੀਮੈਂਟ ਜਿਹੜੀ ਬਣਾਉਣੀ ਚਾਹੁੰਦੇ ਆ ਇਹਦੇ ਬਾਰੇ ਤੁਹਾਡਾ ਕੀ ਨਜ਼ਰੀਆ ਆ, ਤੁਸੀਂ ਕਿਸ ਦ੍ਰਿਸ਼ਟੀਕੋਣ ਤੋਂ ਇਹਨੂੰ ਵੇਖਦੇ ਹੋ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਦੇਖੋ ਸਿੱਖ ਕੌਮ ਜਿਹੜੀ ਹੈ ਗਲੋਬਲ ਵਾਈਜ਼ ਇਸ ਵੇਲੇ ਦੁਨੀਆ ਦਾ ਕੋਈ ਵੀ ਐਸਾ ਦੇਸ਼ ਨਹੀਂ ਜਿੱਥੇ ਸਿੱਖ ਨਹੀਂ ਹੈਗੇ। ਹਰ ਜਗ੍ਹਾ ਦੇ ਉੱਪਰ ਕਿਤੇ ਬਹੁਤ ਜ਼ਿਆਦਾ ਨੇ ਤੇ ਕਿਤੇ ਬਹੁਤ ਆ ਤੇ ਜਿਵੇਂ ਕਿ ਪੰਜਾਬ ਹੀ ਬਣ ਚੁੱਕਾ, ਜਿਵੇਂ ਕੈਨੇਡਾ ਦੇ ਟੋਰਾਂਟੋ ਏਰੀਆ ਦੇਖ ਲਈਏ, ਇੱਕ ਇੱਧਰ ਲੰਡਨ ਦੇਖ ਲਈਏ, ਬਰਮਿੰਗਮ ਦੇਖ ਲਈਏ, ਹੋਰ ਦੇਖ ਲਈਏ ਜਿੰਨੇ ਵੀ ਏਰੀਏ ਇਹਨਾਂ ਦੇ ਵਿੱਚ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਅਸੀਂ ਪੰਜਾਬ ਵਿੱਚ ਫਿਰ ਰਹੇ ਹੁੰਦੇ ਹਾਂ।
ਤੇ ਅਜਿਹੇ ਹਾਲਾਤਾਂ ਦੇ ਵਿੱਚ ਆਪਸ ਵਿੱਚ ਕਮਿਊਨੀਕੇਸ਼ਨ ਜਿਹੜਾ ਉਹ ਬੜਾ ਜ਼ਰੂਰੀ ਹੈ ਤੇ ਜਿਹੜੇ ਸਾਡੇ ਮਸਲੇ ਨੇ ਉਹਨਾਂ ਨੂੰ ਸੁਚੱਜੇ ਢੰਗ ਦੇ ਨਾਲ ਅਸੀਂ ਜਿੱਥੇ ਪੰਜਾਬ ਵਿੱਚ ਰਹਿੰਦੇ ਹੋਏ ਮਹਿਸੂਸ ਕਰਦੇ ਹਾਂ ਕਿ ਆਹ ਸਾਨੂੰ ਜਿਹੜੀਆਂ ਦਿੱਕਤਾਂ ਆ ਰਹੀਆਂ ਨੇ, ਆ ਪਰੇਸ਼ਾਨੀਆਂ ਨੇ, ਉਹਨਾਂ ਦਾ ਕੀ ਹੱਲ ਹੈ। ਸਮੇਂ ਦੇ ਹਾਣੀ ਬਣ ਕੇ ਅਸੀਂ ਅੱਜ ਜਦੋਂ 21ਵੀਂ ਸਦੀ ਦੇ ਵਿੱਚ ਵਿਚਰ ਰਹੇ ਹਾਂ ਤੇ ਸਾਨੂੰ ਕਿਵੇਂ ਸਾਰਾ ਪ੍ਰੋਗਰਾਮ ਉਲੀਕਣੇ ਚਾਹੀਦੇ ਨੇ ਤੇ ਉਸ ਦੇ ਵਿੱਚ ਜਿਹੜੇ ਵਿਦੇਸ਼ਾਂ ਵਿੱਚ ਵੱਸਦਾ ਸਾਡਾ ਸਿੱਖ ਭਾਈਚਾਰਾ ਉਹਨਾਂ ਨੂੰ ਅਸੀਂ ਆਪਣੇ ਨਾਲ ਕਿਵੇਂ ਜੋੜਨਾ। ਸੋ ਉਸ ਲਈ ਜਿਵੇਂ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਦੋਂ 1925 ਐਕਟ ਬਣਿਆ, ਭਾਵੇਂ ਕਿ ਉਹ ਇੰਡੀਆ ਦੇ ਅੰਦਰ ਹਰਿਆਣੇ ਦੇ ਕੁਝ ਮੈਂਬਰ ਲੈ ਲਏ, ਇੱਕ ਮੈਂਬਰ ਜਿਹੜਾ ਕੋਈ ਮਹਾਰਾਸ਼ਟਰ ਤੋਂ ਲੈ ਲਿਆ, ਤੇ ਲੇਕਿਨ ਵਿਦੇਸ਼ਾਂ ਦੇ ਵਿੱਚ ਜਿਹੜੀ ਇਹ ਇੱਕ ਗੈਪ ਰਿਹਾ ਹੈ ਤੇ ਉਹ ਹਮੇਸ਼ਾ ਉਸ ਗੈਪ ਦੇ ਕਾਰਨ ਬਹੁਤ ਸਾਰੀਆਂ ਕਨਫਿਊਜ਼ਨਾਂ ਜਿਹੜੀਆਂ ਉਹ ਕ੍ਰੀਏਟ ਹੁੰਦੀਆਂ ਰਹੀਆਂ ਸਮੇਂ। ਸੋ ਜਿਹੜੀ ਭਾਈ ਜਗਤਾਰ ਸਿੰਘ ਜੀ ਹਵਾਰਾ ਜਿਹੜੇ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਜਥੇਦਾਰ ਨੇ, ਉਹਨਾਂ ਦੀ ਸੋਚ ਬਹੁਤ ਚੰਗੀ ਹੈ। ਉਹ ਇਹ ਕਹਿ ਰਹੇ ਨੇ ਕਿ ਇਸ ਤਰ੍ਹਾਂ ਦੀ ਇੱਕ ਸੁਚੱਜੇ ਢੰਗ ਦੀ ਇੱਕ ਟੀਮ ਬਣੇ ਜਿਹਨੂੰ ਆਪਾਂ ਵਰਲਡ ਸਿੱਖ ਪਾਰਲੀਮੈਂਟ ਦਾ ਨਾਮ ਦੇ ਦਈਏ ਤੇ ਉਸ ਦੇ ਵਿੱਚ ਸਾਰਿਆਂ ਨੂੰ ਲਿਆ ਜਾਵੇ। ਲੇਕਿਨ ਜੋ ਮੈਂ ਮਹਿਸੂਸ ਕੀਤਾ ਜਦੋਂ ਮੈਂ ਉਹਨਾਂ ਦੇ ਨਾਲ ਜ਼ਿੰਦਗੀ ਵਿੱਚ ਇੱਕ ਹੀ ਮੁਲਾਕਾਤ ਕੀਤੀ ਹੈ, ਸਬਾਬੀ ਇਸ ਤਰ੍ਹਾਂ ਦਾ ਬਣਿਆ ਤੇ ਮੈਂ ਉਹਨਾਂ ਦੇ ਜੋ ਉਹਨਾਂ ਦਾ ਨਿੱਜੀ ਵਿਚਾਰ ਵੇਖੇ ਸੁਣੇ ਤੇ ਜੋ ਮੈਨੂੰ ਮਹਿਸੂਸ ਹੋਇਆ, ਜੋ ਉਹਨਾਂ ਦੇ ਅੰਦਰ ਇੱਕ ਭਾਵਨਾ ਹੈ ਉਹ ਬੜੀ ਦੂਰ ਅੰਦੇਸ਼ੀ ਵਾਲੀ ਭਾਵਨਾ ਹੈ। ਮੇਰੇ ਮਨ ਵਿੱਚ ਵੀ ਕਈ ਤਰ੍ਹਾਂ ਦੇ ਵਿਚਾਰ ਸੀ ਕਿ ਆਮ ਜਿਵੇਂ ਸਿੰਘਾਂ ਨੂੰ ਆਪਾਂ ਮਿਲਦੇ ਹਾਂ ਕਿ ਕਿਸੇ ਨਾ ਕਿਸੇ ਰੂਪ ਵਿੱਚ ਉਹਨਾਂ ਦਾ ਦ੍ਰਿਸ਼ਟੀਕੋਣ ਕਿਤੇ ਨਾ ਕਿਤੇ ਧੜੇਬੰਦਕ ਵੀ ਹੁੰਦਾ, ਕਈ ਤਰ੍ਹਾਂ ਦਾ ਹੁੰਦਾ, ਲੇਕਿਨ ਉਹਨਾਂ ਦੇ ਇੱਕ ਅੰਦਰ ਇੱਕ ਨਿਰਵੈਰਤਾ, ਇੱਕ ਕੌਮ ਪ੍ਰਤੀ ਇੱਕ ਦਰਦ ਤੇ ਇੱਕ ਭਾਵਨਾ ਜਿਹੜੀ ਕਿ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਕਿ ਜੇ ਸਿੱਖ ਕੌਮ ਚੜ੍ਹਦੀ ਕਲਾ ਵਿੱਚ ਤੇ ਤਾਂ ਹੀ ਅਸੀਂ ਚੜ੍ਹਦੀ ਕਲਾ 'ਚ ਹਾਂ। ਇਹ ਇੱਕ ਸ਼ਬਦ ਸੀ ਉਹਨਾਂ ਦਾ ਜਿਹੜਾ ਉਹਨਾਂ ਨੇ ਮੇਰੇ ਨਾਲ ਸਾਂਝਾ ਕੀਤਾ ਕਿ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਹਾਨੂੰ ਇੰਨੀ ਪੇਨ ਹੁੰਦੀ ਹੈ ਤੇ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ। ਕਹਿੰਦੇ ਕਿ ਇਹ ਪੇਨ ਆਪੇ ਹੀ ਦੂਰ ਹੋ ਜਾਏਗੀ ਜਦੋਂ ਕੌਮ ਦਾ ਜਿਹੜਾ ਦਰਦ ਹੈ ਉਹ ਜਿੰਨੀ ਦੇਰ ਦੂਰ ਨਹੀਂ ਹੁੰਦਾ ਉਨੀ ਦੇਰ ਤੱਕ ਸਰੀਰਕ ਜਿਹੜੀਆਂ ਪ੍ਰੋਬਲਮ ਜੇ ਚੱਲਦੀਆਂ ਇਹਨਾਂ ਦੀ ਕੋਈ ਅਹਿਮੀਅਤ ਨਹੀਂ ਹੈਗੀ। ਠੀਕ ਹੈ ਭਾਈ ਸਾਹਿਬ ਜੀ, ਮੈਂ ਦੁਬਾਰਾ ਤੁਹਾਡੇ ਨਾਲ ਆਵਾਂਗਾ, ਮੈਂ ਦੁਬਾਰਾ ਤੁਹਾਡੇ ਨਾਲ ਫੇਰ ਆਵਾਂਗਾ। ਭਾਈ ਸਾਹਿਬ, ਭਾਈ ਸਤਨਾਮ ਸਿੰਘ ਜੀ, ਜਿਵੇਂ ਕਿ ਪੀਰ ਮੁਹੰਮਦ ਸਾਹਿਬ ਜੀ ਨੇ ਗੱਲ ਕਹੀ ਆ ਕਿ ਜਿਹੜੇ ਕੁਝ ਮਸਲੇ ਆ ਜਿਹੜੇ ਨਹੀਂ ਹੱਲ ਹੋ ਰਿਹਾ, ਕੀ ਤੁਸੀਂ ਕਿਹੜੇ ਉਹ ਮਸਲੇ ਆ ਤੁਸੀਂ ਇਹ ਦੱਸੋਗੇ? ਵੇਖੋ ਭਾਈ ਸਾਹਿਬ ਜੀ, ਮਸਲੇ ਸਭ ਤੋਂ ਪਹਿਲਾਂ ਤਾਂ ਸਾਡਾ ਕੇਂਦਰੀ ਧੁਰਾ ਜਿਹੜਾ ਸੱਚਖੰਡ ਹਰਿਮੰਦਰ ਸਾਹਿਬ ਸ਼੍ਰੀ ਅਕਾਲ ਤਖ਼ਤ ਸਾਹਿਬ ਹੈ, ਉਹ ਮਸਲੇ ਹੱਲ ਕਰਦਾ ਸੀ ਪਰ ਉਹ ਕੁਝ ਵੀ ਨਹੀਂ ਕਰ ਸਕੇ। ਉਹ ਇੱਕ ਪਰਿਵਾਰ ਦਾ ਗਲਬਾ ਹੋਣ ਕਰਕੇ ਉਹ ਇੱਕ ਪਰਿਵਾਰ ਦੇ ਹੋ ਕੇ ਰਹਿ ਗਏ ਨੇ। ਇਸ ਲਈ ਸਭ ਤੋਂ ਵੱਡਾ ਮਸਲਾ ਤਾਂ ਇਹ ਆ ਵੀ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਿਹੜੇ ਜਥੇਦਾਰ ਆ ਉਹ ਆਜ਼ਾਦ ਬਿਰਤੀ ਵਾਲੇ ਹੋਣ। ਇਹ ਇੱਕ ਵੱਡਾ ਮਸਲਾ ਹੈ ਕਿਉਂਕਿ ਸਾਡੀ ਸਾਰੀ ਗੱਲ ਹੀ ਅਕਾਲ ਤਖ਼ਤ ਸਾਹਿਬ ਤੋਂ ਚੱਲਦੀ ਹੈ। ਦੂਸਰਾ ਹੈ ਜਿਸ ਤਰ੍ਹਾਂ ਫਰਾਂਸ ਦੇ ਵਿੱਚ ਦਸਤਾਰ ਦਾ ਮਸਲਾ ਹੈ ਜਾਂ ਇਟਲੀ ਦੇ ਵਿੱਚ ਸਾਡੇ ਕਕਾਰਾਂ ਦਾ ਮਸਲਾ ਹੈ, ਔਰ ਇਸੇ ਤਰ੍ਹਾਂ ਵੱਖ-ਵੱਖ ਦੇਸ਼ਾਂ ਦੇ ਵਿੱਚ ਅਮਰੀਕਾ ਵਰਗੇ ਇੰਨੇ ਅਗਾਂਹ ਵਧੂ ਦੇਸ਼ ਦੇ ਵਿੱਚ ਸਾਡਾ ਮਸਲਾ ਬਹੁਤ ਵੱਡਾ ਆਇਡੈਂਟੀਟੀ ਤੇ ਸਾਡੀ ਤੇ ਕੋਈ ਨਾ ਕੋਈ ਕਿਤੇ ਨਾ ਕਿਤੇ ਅਟੈਕ ਹੁੰਦਾ ਤੇ ਇਹ ਸਾਰੇ ਮਸਲੇ ਨੇ ਜੀ। ਇਹਨਾਂ ਦੇ ਹੱਲ ਵਾਸਤੇ ਇਹ ਕੇਂਦਰੀ ਜਥੇਬੰਦੀ ਜਿਹੜੀ ਵਰਲਡ ਲੈਵਲ ਦੀ ਉਹ ਬਣਨੀ ਚਾਹੀਦੀ ਹੈ। ਭਾਈ ਪੀਰ ਮੁਹੰਮਦ ਜੀ ਨੇ ਜੋ ਕਿਹਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇੱਥੇ ਆਣ ਕੇ ਖੜੋ ਤੇ ਇਸ ਕਰਕੇ ਆਈ ਕਿ ਸ਼੍ਰੋਮਣੀ ਕਮੇਟੀ ਇੱਕ ਸੀਮਤ ਦਾਇਰੇ ਵਿੱਚ ਰਹਿ ਗਈ ਔਰ ਇੱਕ ਪਰਿਵਾਰ ਦੇ ਗਲਵੇ ਥੱਲੇ ਆ ਗਈ, ਤਾਂ ਹੀ ਨਹੀਂ ਤਾਂ ਸ਼੍ਰੋਮਣੀ ਕਮੇਟੀ ਬਹੁਤ ਵਧੀਆ ਕੰਮ ਕਰ ਸਕਦੀ ਹੈ। ਔਰ ਇਹ ਸ਼੍ਰੋਮਣੀ ਕਮੇਟੀ ਜਿਹੜੀ ਆ ਕਿਸੇ ਪਰਿਵਾਰ ਦੀ ਨਹੀਂ ਹੈ, ਇਹਨੂੰ ਵੀ ਆਪਾਂ ਆਜ਼ਾਦ ਕਰਾਉਣਾ ਇਹ ਵੀ ਇੱਕ ਬੜਾ ਵੱਡਾ ਮਸਲਾ ਹੈ ਕਿ ਜਿੰਨਾ ਚਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਜ਼ਾਦ ਹੱਥਾਂ ਵਿੱਚ ਨਹੀਂ ਆਉਂਦੀ ਉਹਨਾਂ ਚਿਰ ਜਥੇਦਾਰ ਆਜ਼ਾਦ ਨਹੀਂ ਹੋਣਾ, ਉਹਨਾਂ ਚਿਰ ਕੋਈ ਹੋਰ ਗੱਲਬਾਤ ਨਹੀਂ ਹੋਣੀ। ਕਿਉਂਕਿ ਜਿਸ ਤਰ੍ਹਾਂ ਭਾਈ ਪੀਰ ਮੁਹੰਮਦ ਜੀ ਨੇ ਕਿਹਾ ਕਿ ਭਾਈ ਜਗਤਾਰ ਸਿੰਘ ਹਵਾਰਾ ਜੀ, ਮੈਂ ਵੀ ਇੱਕ ਵਾਰ ਉਹਨਾਂ ਦੇ ਨਾਲ ਮੁਲਾਕਾਤ ਕਰਕੇ ਆਇਆ ਤਾਂ ਉਹਨਾਂ ਨੇ ਇੱਕੋ ਹੀ ਗੱਲ ਕਹੀ ਸੀ ਵੀ ਮੇਰਾ ਮਕਸਦ ਹੀ ਇਹ ਹੈ ਕੌਮ ਨੂੰ ਜੋੜਨਾ। ਜੇ ਕੌਮ ਇੱਕ ਦੂਸਰੇ ਪ੍ਰਤੀ ਇਸ ਤਰ੍ਹਾਂ ਨਫ਼ਰਤ ਕਰਦੀ ਰਹੇਗੀ ਤਾਂ ਫਿਰ ਮੈਂ ਆਖੋ ਤੇ ਜਦੋਂ ਮਰਜ਼ੀ ਤੁਸੀਂ ਕਹੋ ਮੈਂ ਅਸਤੀਫਾ ਦੇ ਸਕਦਾ। ਤਾਂ ਮੈਂ ਉਹਨਾਂ ਨੂੰ ਬੇਨਤੀ ਕੀਤੀ ਸੀ ਨਹੀਂ ਭਾਈ ਸਾਹਿਬ ਜੀ, ਤੁਹਾਡੇ ਤੇ ਤਕਰੀਬਨ ਜਿਹੜੀਆਂ ਜਥੇਬੰਦੀਆਂ ਬਾਹਰਲੀਆਂ ਉਹਨਾਂ ਸਾਰਿਆਂ ਦਾ ਤੁਹਾਡੇ ਤੇ ਆਣ ਕੇ ਨਾਮ ਜਿਹੜਾ ਟਿਕ ਜਾਂਦਾ ਹੈ ਤੇ ਇਸ ਕਰਕੇ ਤੁਸੀਂ ਇਹ ਕੰਮ ਤੇ ਕਦੀ ਨਾ ਕਰਿਓ ਤੇ ਤੁਸੀਂ ਕੌਮ ਦੀ ਅਗਵਾਈ ਕਰ ਰਹੇ ਹੋ ਤੇ ਕਰੀ ਜਾਓ। ਇਸ ਕਰਕੇ ਇਹ ਜਿਹੜੇ ਮਸਲੇ ਨੇ ਉਹ ਤਾਂ ਤੁਹਾਡੇ ਸਾਹਮਣੇ ਆ ਸਾਰਿਆਂ ਦੇ। ਮੈਂ ਆਪ ਜੀ ਨਾਲ 2 ਵਾਰ ਮਸਲੇ ਜਿਹੜੇ ਕਰੰਟ ਮਸਲੇ ਚੱਲ ਰਹੇ ਨੇ ਉਹ ਸਾਂਝੇ ਕੀਤੇ ਆ ਜੀ। ਠੀਕ ਹੈ ਜੀ। ਭਾਈ ਸਾਹਿਬ ਭਾਈ ਹਰਿੰਦਰ ਸਿੰਘ ਜੀ, ਕੀ ਇਹ ਮੰਗ ਜਿਹੜੀ ਆ ਭਾਈ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਉਹਨਾਂ ਇਕੱਲਿਆਂ ਕੀਤੀ ਆ ਕਿ ਹੋਰ ਵੀ ਕੋਈ ਸ਼ਾਮਲ ਨੇ ਇਸ ਮੰਗ ਦੇ ਵਿੱਚ? ਦੇਖੋ ਜੀ, ਉਹਨਾਂ ਦੇ ਵੱਲੋਂ ਇਹ ਮੰਗ ਜਿਹੜੀ ਆ ਉਹ ਕੀਤੀ ਗਈ ਹੈ, ਇੱਕ ਸੁਨੇਹਾ ਜਿਹੜਾ ਆ ਉਹ ਦਿੱਤਾ ਗਿਆ ਆ ਕਿਉਂਕਿ ਬਹੁਤ ਸਾਰੇ ਮਸਲੇ ਇਸ ਤਰ੍ਹਾਂ ਦੇ ਜਿਹੜੇ ਪਿਛਲੇ ਦਿਨਾਂ 'ਚ ਹੱਲ ਨਹੀਂ ਹੋਏ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਗੱਲ ਕੀਤੀ ਜਾਵੇ ਤਾਂ ਉਹ ਜਿਹੜਾ ਮਸਲਾ ਇੱਕ
ਉਹ ਵੀ ਅਜੇ ਤੱਕ ਹੱਲ ਜਿਹੜਾ ਆ ਉਹ ਨਹੀਂ ਹੋਇਆ। ਉਸ ਚੀਜ਼ ਤੋਂ ਬਾਅਦ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਗੱਲਾਂ ਇਸ ਤਰ੍ਹਾਂ ਦੀਆਂ ਹੋਈਆਂ ਵਾ ਜਿਨ੍ਹਾਂ ਨੂੰ ਲੈ ਕੇ ਸਿੱਖ ਜਿਹੜੇ ਆ ਉਹ ਨਾਰਾਜ਼ ਨਜ਼ਰ ਆ ਰਹੇ ਆ। ਸੋ ਇਹ ਮੰਗ ਚਾਹੇ ਉਹਨਾਂ ਵੱਲੋਂ ਕੀਤੀ ਗਈ ਆ, ਪਰ ਇਸ ਨੂੰ ਸਿਰੇ ਕਿਸ ਤਰ੍ਹਾਂ ਚਾੜਨਾ ਆ ਇਹ ਇੱਕ ਹੁਣ ਵੱਡੀ ਚੁਣੌਤੀ ਦੇ ਰੂਪ ਦੇ ਵਿੱਚ ਸਾਹਮਣੇ ਹੈਗੀ ਆ। ਸੋ ਇਹੀ ਗੱਲ ਜਿਹੜੀ ਤੁਸੀਂ ਮੈਨੂੰ ਸਵਾਲ ਕੀਤਾ, ਇਸ ਦੇ ਵਿੱਚੋਂ ਹੀ ਮੈਂ ਇੱਕ ਗੱਲ ਭਾਈ ਸਤਨਾਮ ਸਿੰਘ ਹੋਰਾਂ ਤੋਂ ਜਾਣਨੀ ਚਾਹਾਂਗਾ ਕਿ ਭਾਈ ਸਾਹਿਬ ਹੋਰਾਂ ਨੇ ਵੀ ਇਸ ਚੀਜ਼ ਦਾ ਸਮਰਥਨ ਕੀਤਾ ਹੈ, ਪਰ ਭਾਈ ਸਾਹਿਬ ਜੀ ਇਸ ਨੂੰ ਵਰਲਡ ਸਿੱਖ ਪਾਰਲੀਮੈਂਟ ਬਣਾਉਣੀ, ਇਸ ਨੂੰ ਸਿਰੇ ਚਾੜਨਾ ਜਿਹੜਾ ਆ ਉਹ ਵੀ ਇੱਕ ਚੁਣੌਤੀ ਜਿਹੜਾ ਆ ਨਜ਼ਰ ਆ ਰਿਹਾ ਆ। ਤੁਹਾਨੂੰ ਕਿਸ ਤਰ੍ਹਾਂ ਲੱਗ ਰਿਹਾ ਹੈ ਕਿ ਇਸ ਨੂੰ ਕਿਸ ਤਰ੍ਹਾਂ ਸਹੀ ਤਰੀਕੇ ਦੇ ਨਾਲ ਜਿਹੜਾ ਆ ਉਹ ਨੇਪਰੇ ਚਾੜਿਆ ਜਾਊਗਾ? ਹਾਂਜੀ ਭਾਈ ਸਾਹਿਬ ਜੀ, ਸਵਾਲ ਤੁਹਾਡਾ ਬਿਲਕੁਲ ਵਾਜਬ ਆ, ਕਿਉਂਕਿ ਆਪਾਂ ਇੱਕ ਚੀਜ਼ ਤਾਂ ਕਲੀਅਰ ਹੋ ਗਈ ਵੀ ਵਰਲਡ ਸਿੱਖ ਪਾਰਲੀਮੈਂਟ ਬਣਨੀ ਚਾਹੀਦੀ ਹੈ, ਤੇ ਤੁਹਾਡੇ ਵੱਲੋਂ ਪੁੱਟਿਆ ਗਿਆ ਸਵਾਲ ਬਹੁਤ ਹੀ ਵਧੀਆ ਹੈ ਕਿ ਇਸ ਨੂੰ ਕਰਨਾ ਕਿਵੇਂ ਹੈ। ਜਿਸ ਤਰ੍ਹਾਂ ਪੀਰ ਮੁਹੰਮਦ ਜੀ ਵੀ ਜੁੜੇ ਨੇ, ਮੈਂ ਇਹਨਾਂ ਨੂੰ ਵੀ ਨਾਲ ਲਵਾਂਗਾ ਤੇ ਹੋਰ ਨਾ ਸਿੰਘਾਂ ਨੂੰ, ਆਪਣੇ 5 ਸਿੰਘ ਜਿਹੜੇ ਸਾਡੇ ਨੇ ਸਾਰਿਆਂ ਨਾਲ ਅਸੀਂ ਇੰਡੀਆ ਦੇ ਵਿੱਚ ਜਿੰਨੀਆਂ ਵੀ ਜਥੇਬੰਦੀਆਂ ਨੇ ਜਿਹੜੀਆਂ ਕੰਮ ਕਰ ਰਹੀਆਂ ਨੇ ਸਿੱਖ ਧਰਮ ਦੇ ਆਪਣੇ ਚੜ੍ਹਦੀ ਕਲਾ ਵਾਸਤੇ, ਅਸੀਂ ਸਾਰਿਆਂ ਕੋਲ ਡੋਰ ਟੂ ਡੋਰ ਜਾਣ ਵਾਸਤੇ ਤਿਆਰ ਹਾਂ। ਔਰ ਜਾਵਾਂਗੇ ਵੀ, ਸਾਰਿਆਂ ਨੂੰ ਕਹਾਂਗੇ ਵੀ ਭਾਈ ਆਓ ਆਪੋ ਆਪਣੇ ਜਿਹੜੇ ਹੈ ਤੁਸੀਂ ਵਿਚਾਰ ਵੀ ਰੱਖੋ। ਇਹਦੇ ਵਾਸਤੇ ਭਾਈ ਸਾਹਿਬ ਜੀ ਇੰਡੀਆ ਦੇ ਵਿੱਚ 5-7 ਜਗ੍ਹਾ ਤੇ ਕੋਈ ਸੈਮੀਨਾਰ ਵੀ ਕਰਾਉਣੇ ਪੈਣਗੇ, ਬਾਹਰ ਯੂਰਪ ਦੇ ਵਿੱਚ ਵੱਖਰੇ ਹੋਣਗੇ, ਹੋਰ ਸਾਡੇ 4 ਸਵੇਰੇ ਆਪਾਂ ਨੂੰ ਕਈ ਸੈਮੀਨਾਰ ਕਰਾਉਣੇ ਪੈਣਗੇ ਕਈ ਥਾਵਾਂ ਤੇ ਜਾ ਕੇ। ਆਪਣੇ ਜਥੇਬੰਦੀਆਂ ਮੇਰਾ ਖਿਆਲ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਆਪਾਂ ਚੱਲਾਂਗੇ ਤਾਂ ਫਿਰ ਸਾਰਿਆਂ ਨੂੰ ਨਾਲ ਲੈ ਕੇ ਕਲਾਵੇ ਵਿੱਚ ਲੈ ਕੇ ਤੇ ਫਿਰ ਸ਼ੁਰੂਆਤੀ ਤੌਰ ਤੇ ਆਪਾਂ ਇਹੋ ਬੇਨਤੀ ਕਰਦੇ ਹਾਂ ਕਿ ਆਪਾਂ ਡੋਰ ਟੂ ਡੋਰ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਕੋਲ ਜਾਈਏ ਤੇ ਉਹਨਾਂ ਨੂੰ ਇਸ ਗੱਲ ਲਈ ਪ੍ਰੇਰਨਾ ਕਰੀਏ, ਕਿਉਂਕਿ ਸਾਡੇ ਤੋਂ ਤਾਂ ਵੈਸੇ ਸਾਰੇ ਜਥੇਬੰਦੀਆਂ ਸਿਆਣੇ ਨੇ, ਪਰ ਫਿਰ ਵੀ ਅਸੀਂ ਜਾਗਦੇ ਰਹਿਣ ਦਾ ਹੋਕਾ ਦੇਣ ਵਾਸਤੇ ਸਾਰਿਆਂ ਕੋਲ ਜ਼ਰੂਰ ਜਾਵਾਂਗੇ ਜੀ। ਮੈਂ ਇੱਥੇ ਇੱਕ ਗੱਲ ਪੀਰ ਮੁਹੰਮਦ ਜੀ ਆਪ ਜੀ ਨੂੰ ਪੁੱਛਣੀ ਚਾਹਾਂਗਾ ਵੀ ਜਿਵੇਂ ਤੁਹਾਨੂੰ ਚੇਤਾ ਹੈ ਕਿ ਨਵੰਬਰ 2015 ਦੇ ਵਿੱਚ ਸਰਬੱਤ ਖਾਲਸਾ ਹੋਇਆ ਸੀ, ਉਹਦੇ ਵਿੱਚ ਜਥੇਦਾਰ ਥਾਪੇ ਗਏ ਸਨ, ਮੁਤਵਾਜੀ ਜਿਹੜੇ ਜਥੇਦਾਰ ਹੈ ਉਹਨਾਂ ਦੇ ਵਿੱਚੋਂ ਭਾਈ ਸਾਹਿਬ ਭਾਈ ਅਮਰੀਕ ਸਿੰਘ ਅਜਨਾਲਾ ਜਿਹੜੇ ਆ ਉਹ ਰਿਜ਼ਾਈਨ ਕਰ ਗਏ ਆ, ਉਹ ਨਾਲ ਸਹਿਮਤ ਨਹੀਂ ਹੋ ਰਿਹਾ। ਇਸ ਕਰਕੇ ਜਦੋਂ ਤੁਸੀਂ ਇਹ ਜਥੇਬੰਦੀ ਜਿਹੜੀ ਆ ਉਹਦੀ ਸਮਰਥਨ ਕਰ ਰਹੇ ਆ ਬਣਾਉਣ ਵਾਸਤੇ, ਤੇ ਤੁਹਾਡਾ ਕੀ ਇਹਦੇ ਬਾਰੇ ਜਵਾਬ ਆ ਕਿ ਜਿਹੜੀ ਬਾਕੀ ਜਥੇਬੰਦੀਆਂ ਵੀ ਇਕੱਠੀਆਂ ਰਹਿ ਸਕਣਗੀਆਂ? ਹਾਂਜੀ, ਮੈਂ ਇਹ ਗੱਲ ਕਹਿਣੀ ਚਾਹ ਰਿਹਾ ਕਿ ਮੈਂ ਤੁਹਾਡੇ ਸਵਾਲ ਦਾ ਜਵਾਬ ਦਿੱਤਾ ਸੀ, ਲੇਕਿਨ ਅਧੂਰਾ ਰਹਿ ਗਿਆ ਸੀ। ਉਸ ਦੇ ਵਿੱਚ ਮੇਨ ਗੱਲ ਇਹ ਆ ਕਿ ਵਰਲਡ ਸਿੱਖ ਪਾਰਲੀਮੈਂਟ ਬਣਾਉਣ ਲਈ ਜਿਹੜਾ ਚਾਅ, ਜਿਹੜੀ ਭਾਵਨਾ ਲੈ ਕੇ ਭਾਈ ਜਗਤਾਰ ਸਿੰਘ ਜੀ ਹਵਾਰਾ ਨੇ ਕੌਮ ਦੇ ਵਿੱਚ ਇੱਕ ਸੰਦੇਸ਼ ਦਿੱਤਾ ਹੈ, ਉਹ ਇੱਕ ਸੱਚੀ ਸੁੱਚੀ ਭਾਵਨਾ ਹੈ। ਲੇਕਿਨ ਜਿਵੇਂ ਭਾਈ ਸਤਨਾਮ ਸਿੰਘ ਜੀ ਖੰਡਾ ਕਹਿ ਰਿਹਾ ਕਿ ਇਸ ਦੇ ਲਈ ਬਹੁਤ ਵਰਕ ਕਰਨ ਦੀ ਲੋੜ ਹੈ, ਸੈਮੀਨਾਰ ਕਰਨ ਦੀ ਲੋੜ ਹੈ, ਕੋਆਰਡੀਨੇਸ਼ਨ ਕਰਨ ਦੀ ਲੋੜ ਹੈ। ਉੱਥੇ ਮੈਂ ਜੋ ਆਪਣੇ ਜੋ ਨਿੱਜੀ ਤਜਰਬਾ ਹੋਇਆ, ਸਾਡੇ ਸਾਹਮਣੇ ਸਰਬੱਤ ਖਾਲਸਾ ਵੀ ਹੋਇਆ। ਸਰਬੱਤ ਖਾਲਸੇ ਦੇ ਵਿੱਚ ਜਿਹੜੇ ਆਰਗੇਨਾਈਜ਼ਰ ਬਣ ਗਏ ਸੀ, ਉਹਨਾਂ ਨੇ ਉਸ ਨੂੰ ਉਸ ਵਕਤ ਇਹ ਸੋਚ ਕੇ ਕਿ ਜੋ ਸਾਨੂੰ ਠੀਕ ਲੱਗਦਾ ਜਾਂ ਜਿਹੜੀ ਸਾਡੀ ਭਾਵਨਾ ਹੈ ਕਿ ਅਸੀਂ ਕੀ ਕਹਿਣਾ ਹੈ, ਉਹ ਉੱਥੋਂ ਤੱਕ ਸੀਮਤ ਰਹਿ ਗਏ, ਜਿਸ ਕਰਕੇ ਸਾਡੇ ਵਿੱਚ ਮਤਭੇਦ ਹੋਏ ਤੇ ਉਸ ਵਿੱਚ ਉਸ ਵਕਤ ਕਾਫੀ ਕਨਫਿਊਜ਼ਨ ਹੋਈ। ਲੇਕਿਨ ਜਿਹੜਾ ਅੱਜ ਵਰਲਡ ਸਿੱਖ ਪਾਰਲੀਮੈਂਟ ਦਾ ਵੀ ਪੈਟਰਨ ਚੱਲ ਰਿਹਾ ਹੈ, ਮੈਨੂੰ ਇੰਝ ਲੱਗ ਰਿਹਾ ਉਸੇ ਪੈਟਰਨ ਤੇ ਚੱਲਿਆ ਜਾ ਰਿਹਾ ਹੈ। ਅਸੀਂ ਬੀਤੇ ਤੋਂ ਕੋਈ ਸਬਕ ਨਹੀਂ ਸਿੱਖਿਆ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਇਸ ਵਰਲਡ ਸਿੱਖ ਪਾਰਲੀਮੈਂਟ ਦਾ ਵਿਰੋਧ ਕਰਨਾ ਸ਼ੁਰੂ ਕੀਤਾ, ਉਹਨਾਂ ਦੇ ਬੁਲਾਰੇ ਬੋਲੇ, ਪ੍ਰੋਫੈਸਰ ਮਹਿੰਦਰਪਾਲ ਸਿੰਘ, ਹੋਰ ਕਈ ਬੁਲਾਰਿਆਂ ਨੇ ਕਿਹਾ ਕਿ ਵਰਲਡ ਸਿੱਖ ਪਾਰਲੀਮੈਂਟ ਦੇ ਉੱਪਰ ਉਹਨਾਂ ਨੇ ਕਾਫੀ ਕੁਐਸਚਨ ਰੇਜ਼ ਕੀਤੇ। ਫਿਰ ਇੱਕ ਸਮਾਂ ਆਇਆ ਜਿਸ ਦੇ ਵਿੱਚ ਦਲ ਖਾਲਸਾ ਪੰਚ ਪ੍ਰਧਾਨੀ ਜਿਹੜਾ ਇਹਦੇ ਵਿੱਚ ਹੀ ਇਸ ਵਕਤ ਹੋ ਗਿਆ ਹੈ ਦਲ ਖਾਲਸਾ ਦੇ ਅੰਦਰ, ਤਾਂ ਉਹਨਾਂ ਦਾ ਤੇ ਅਕਾਲੀ ਦਲ ਅੰਮ੍ਰਿਤਸਰ ਦਾ ਹੁਣ ਇੱਕ ਤਾਲਮੇਲ ਜੁੜਿਆ ਥੋੜੇ ਦਿਨਾਂ ਤੋਂ। ਤਾਂ ਹੁਣ ਉਹਨਾਂ ਦੇ ਇਸ ਮਸਲੇ ਦੇ ਉੱਪਰ ਜਿਹੜੇ ਵਿਚਾਰ ਨੇ ਉਹ ਆਪਸ ਵਿੱਚ ਮਿਲਦੇ ਜੁਲਦੇ ਨਜ਼ਰ ਆ ਰਹੇ ਨੇ। ਲੇਕਿਨ ਕੀ ਦਲ ਖਾਲਸਾ ਜਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਾਂ ਬਾਹਰ ਜਿਹੜੀਆਂ 2-3 ਆਰਗੇਨਾਈਜੇਸ਼ਨਾਂ ਨੇ ਸਿੱਖ ਆਰਗੇਨਾਈਜੇਸ਼ਨਾਂ, ਕੀ ਉਹਨਾਂ ਦੇ ਤਾਲਮੇਲ ਨਾਲ ਹੀ ਇਹ ਵਰਲਡ ਸਿੱਖ ਪਾਰਲੀਮੈਂਟ ਪੂਰੀ ਹੋ ਜਾਏਗੀ, ਜਾਂ ਇਸ ਦੇ ਵਿੱਚ ਵਿਸ਼ਵ ਭਰ ਦੇ ਅੰਦਰ ਜਿਹੜੀਆਂ ਗੁਰਦੁਆਰਾ ਜਿਹੜੀਆਂ ਆਪਣੀਆਂ ਸਿੰਘ ਸਭਾਵਾਂ ਨੇ ਜਾਂ ਜਿਹੜੀਆਂ ਇੱਥੇ ਤਾਲਮੇਲ ਕਮੇਟੀਆਂ ਬਣੀਆਂ ਹੋਈਆਂ, ਜਾਂ ਜਿਹੜੀ ਕਿਉਂਕਿ 2 ਵਿਚਾਰਧਾਰਾਵਾਂ ਚੱਲਦੀਆਂ ਨੇ ਬਰਾਬਰ, ਇੱਕ ਹੈਗੀ ਹੈ ਕਿ ਜਿਹੜੀ ਖਾਲਿਸਤਾਨ ਦੀ ਪ੍ਰਾਪਤੀ ਲਈ ਜੂਝ ਰਹੇ ਨੇ, ਆਜ਼ਾਦੀ ਦੀ ਪ੍ਰਾਪਤੀ ਲਈ ਜੂਝ ਰਹੇ ਨੇ। ਇੱਕ ਵਿਚਾਰਧਾਰਾ ਉਹ ਹੈ ਕਿ ਅਸੀਂ ਜਿੱਥੇ ਰਹਿ ਰਹੇ ਹਾਂ ਇੰਡੀਆ ਦੇ ਅੰਦਰ
ਕਿ ਉਹਦੇ ਸੰਵਿਧਾਨ ਦੇ ਵਿੱਚ ਰਹਿ ਕੇ ਹੀ ਅਸੀਂ ਆਪਣੇ ਵਿਚਾਰ ਕਰਨੇ ਨੇ। ਸੋ ਉਹਨਾਂ ਦੋ ਵਿਚਾਰਧਾਰਾਵਾਂ ਦਾ ਹਮੇਸ਼ਾ ਟਕਰਾਅ ਰਿਹਾ, ਸਦਾ ਰਹਿਣਾ। ਲੇਕਿਨ ਕੀ ਅਸੀਂ ਜਿਹੜੇ ਇੱਕ ਸੋਚ ਦੇ ਹੈਗੇ ਆ ਲੋਕ, ਕੀ ਅਸੀਂ ਸਾਰੇ ਇਕੱਠੇ ਆ? ਇਹ ਇੱਕ ਬੜਾ ਵੱਡਾ ਕੁਐਸਚਨ ਹੈ। ਉਸ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਸੰਸਥਾ ਹੈ ਸਿੱਖਸ ਫਾਰ ਜਸਟਿਸ, ਮਨੁੱਖੀ ਅਧਿਕਾਰ ਸੰਸਥਾ, ਜਿਹੜੀ ਕਿ 2020 ਦੇ ਉੱਪਰ ਸਿੱਖ ਕੌਮ ਦੀ ਆਜ਼ਾਦੀ ਦੀ ਗੱਲ ਕਰ ਰਹੀ ਹੈ। ਮੈਨੂੰ ਨਹੀਂ ਲੱਗਦਾ ਕਿ ਅੱਜ ਦੀ ਡੇਟ ਦੇ ਵਿੱਚ ਕੋਈ ਉਸ ਸੰਸਥਾ ਦੇ ਨਾਲ ਕੋਈ ਤਾਲਮੇਲ ਕੀਤਾ ਗਿਆ ਹੋਵੇ। ਲੇਕਿਨ ਇਸੇ ਤਰ੍ਹਾਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਹੈ, ਉਸ ਦੇ ਨਾਲ ਕੋਈ ਤਾਲਮੇਲ ਨਹੀਂ ਹੈਗਾ ਅੱਜ ਤੱਕ। ਸੋ ਇਹ ਜਿਹੜੇ ਮਸਲੇ ਨੇ, ਜਦੋਂ ਅਸੀਂ ਵਰਲਡ ਸਿੱਖ ਪਾਰਲੀਮੈਂਟ ਬਣਾਉਣ ਦੀ ਗੱਲ ਕਰ ਰਹੇ ਹਾਂ, ਜੇ ਤਾਂ ਅਸੀਂ ਆਪਣੀਆਂ 2-3 ਜਥੇਬੰਦੀਆਂ ਦੀ ਏਕਤਾ ਨੂੰ ਕਰਕੇ ਆਉਣੀ ਹੈ ਤਾਂ ਫਿਰ ਠੀਕ ਹੈ। ਬਹੁਤ ਸਾਰੀਆਂ ਹੋਰ ਬਣੀਆਂ ਕੋਆਰਡੀਨੇਸ਼ਨ ਕਮੇਟੀਆਂ, ਇੱਕ ਇਹ ਵੀ ਬਜੇਗੀ। ਜੇ ਅਸੀਂ ਪੂਰੀ ਕੌਮ ਨੂੰ ਇੱਕ ਵਿਚਾਰਧਾਰਾ ਨੂੰ ਲੈ ਕੇ, ਇੱਕ ਫਲਸਫੇ ਨੂੰ ਲੈ ਕੇ ਚੱਲਣਾ, ਤਾਂ ਫਿਰ ਸਾਨੂੰ ਇਹਦੇ ਉੱਤੇ ਬੜਾ ਕਾਹਲੀ ਕਰਨ ਦੀ ਲੋੜ ਨਹੀਂ, ਵਰਕ ਕਰਨ ਦੀ ਲੋੜ ਹੈ। ਠੀਕ ਹੈ, ਮੈਂ ਸਤਨਾਮ ਸਿੰਘ ਜੀ ਤੁਹਾਡੇ ਵੱਲ ਆਵਾਂ ਥੋੜ੍ਹਾ ਜਿਹਾ ਕਿ ਜਿਵੇਂ ਇਹਨਾਂ ਦੇ ਵਿਚਾਰ ਦਿੱਤੇ ਹਨ, ਉਹਨਾਂ ਵਿਚਾਰਾਂ ਦੇ ਵਿੱਚੋਂ ਹੀ ਲੱਗਦਾ ਕਿ ਮਤਭੇਦ ਜ਼ਰੂਰ ਹੋਏਗਾ। ਤੇ ਜਿਵੇਂ ਕਿ ਸਰਬੱਤ ਖਾਲਸਾ ਦੇ ਜਿਹੜੇ ਜਥੇਦਾਰ ਥਾਪੇ ਗਏ ਸਨ, ਉਹਨਾਂ ਦੇ ਵਿੱਚ ਜਿਹੜੀਆਂ ਧਾਰਾਂ ਜਿਹੜੀਆਂ ਉਹ ਨਹੀਂ ਰਲੀਆਂ। ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਕਿ ਜਿਹੜੀ ਕਾਨੂੰਨ ਆ, ਕਿਉਂਕਿ ਕਾਨੂੰਨ ਦੇ ਅੰਦਰ ਰਹਿ ਕੇ ਹਰ ਚੀਜ਼ ਕਰਨੀ ਪਏਗੀ, ਤੇ ਸਰਕਾਰ ਇਸ ਨੂੰ ਕਿਸ ਨਜ਼ਰੀਏ ਤੋਂ ਵੇਖੇਗੀ? ਹਾਂਜੀ, ਗੱਲ ਇੱਦਾਂ ਜੀ, ਕਈ ਟੌਪਿਕ ਇਹੋ ਜਿਹੇ ਨੇ ਜਿਸ ਤਰ੍ਹਾਂ ਉਹ ਤਾਂ ਲਾਇਰ ਸਾਡੇ ਜਿਹੜੇ ਹੋਣਗੇ ਉਹ ਦੱਸਣਗੇ ਸਾਰਾ ਕੁਝ, ਪਰ ਮੈਂ ਤਾਂ ਇਹ ਬੇਨਤੀ ਕਰਦਾ ਕਿ ਜਿਸ ਤਰ੍ਹਾਂ ਪੀਰ ਮੁਹੰਮਦ ਜੀ ਨੇ ਜਿਹੜੇ ਸਵਾਲ ਚੁੱਕੇ ਆ ਉਹ ਗਲਤ ਨਹੀਂ ਹੈ, ਉਹ ਠੀਕ ਨੇ, ਵਾਜਬ ਨੇ, ਉਹ ਸਵਾਲ ਕਰਨੇ ਚਾਹੀਦੇ ਆ ਤਾਂ ਹੀ, ਕਿਉਂਕਿ ਅਸੀਂ ਅੱਗੇ ਤਾਂ ਹੀ ਵਧਾਂਗੇ ਜੇ ਸਾਡੀ ਸੋਚ ਜਿਹੜੀ ਆ ਉਹ ਵਿਸ਼ਾਲ ਹੋਵੇਗੀ। ਜੇ ਅਸੀਂ ਸਾਡੀ ਸੋਚ ਰੱਖ ਕੇ ਉਹ ਉਸ ਤਰ੍ਹਾਂ ਕਰਾਂਗੇ। ਸਰਬੱਤ ਖਾਲਸਾ ਦਾ ਬੜਾ ਵੱਡਾ ਸੰਕਲਪ ਸੀ, ਇੱਕ ਵੱਡਾ ਸੰਕਲਪ ਹੀ ਨਹੀਂ, ਗੁਰੂ ਗੋਬਿੰਦ ਸਿੰਘ ਕਲਗੀਧਰ ਮਹਾਰਾਜ ਜੀ ਨੇ 1699 ਦੀ ਵਿਸਾਖੀ ਨੂੰ ਉਦੋਂ ਸਰਬੱਤ ਖਾਲਸਾ ਹੀ ਕਿਹਾ ਜਾ ਸਕਦਾ ਨਾ, ਉਸ ਦਿਨ ਉਹਨਾਂ ਨੇ ਖਾਲਸਾ ਪੰਥ ਸਾਜਿਆ ਸੀ। ਤੇ ਇਹ ਜਿਹੜੀਆਂ ਗੱਲਾਂ ਵਿੱਚੋਂ ਰਹਿ ਗਈਆਂ ਨੇ, ਦੂਸਰਿਆਂ ਨਾਲ ਜੋੜਨ ਦਾ ਜਿਹੜਾ ਨਹੀਂ ਯਤਨ ਕੀਤਾ ਗਿਆ ਜਾਂ ਯਤਨ ਫੇਲ ਹੋ ਗਏ, ਇਹਨਾਂ ਸਾਰੀਆਂ ਗੱਲਾਂ ਨੂੰ ਵਿਚਾਰਨ ਵਾਸਤੇ ਸਾਨੂੰ ਪਹਿਲੋਂ ਤਾਂ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਬਲਾਏ ਇੱਕ ਅਨੁਸਾਰ ਸਾਨੂੰ ਇੱਕ ਪਲੇਟਫਾਰਮ ਤੇ ਖੜਨਾ ਪਵੇਗਾ। ਅਸੀਂ ਮੈਂ ਪਹਿਲਾਂ ਬੇਨਤੀ ਕੀਤੀ ਹੈ ਵੀ ਸਾਰੀਆਂ ਜਥੇਬੰਦੀਆਂ ਕੋ ਜਾ ਕੇ ਬੇਨਤੀ ਕਰਾਂਗੇ ਵੀ ਆਓ ਆਪਾਂ ਰਲ ਕੇ ਕੁਝ ਕਰੀਏ, ਕਿਉਂਕਿ ਜੇ ਆਪਾਂ ਕਹਿੰਦੇ ਆ ਨਾ ਵੀ ਜਿਸ ਤਰ੍ਹਾਂ ਪੀਰ ਮੁਹੰਮਦ ਜੀ ਨੇ ਕਿਹਾ ਹੈ ਕਿ ਜੇ ਕੁਝ ਬੰਦੀਆਂ ਇਸ ਜਥੇਬੰਦੀਆਂ ਇਸ ਨੂੰ ਕਰ ਲੈਣਗੀਆਂ ਤੇ ਫਿਰ ਉਹ ਵਰਲਡ ਸਿੱਖ ਪਾਰਲੀਮੈਂਟ ਦੇ ਅੰਡਰਸਟੂਡ ਹੈ ਵੀ ਉਹ ਨਹੀਂ ਬਣ ਸਕੇਗੀ, ਫਿਰ ਉਹ ਤਾਂ ਉਹ ਕੁਝ ਜਥੇਬੰਦੀਆਂ ਦਾ ਹਿੱਸਾ ਹੋਏਗਾ। ਤੇ ਸਾਨੂੰ ਆਪਣੇ ਆਪ ਨੂੰ ਇੱਕ ਗੱਲ ਇਹ ਵੇਖਣੀ ਚਾਹੀਦੀ ਹੈ ਕਿ ਅਸੀਂ ਸਭ ਤੋਂ ਪਹਿਲਾਂ ਸਿੱਖ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਲਾਲ ਆ, ਉਹਨਾਂ ਦੇ ਪੁੱਤਰ ਆ। ਉਸ ਤੋਂ ਬਾਅਦ ਅਸੀਂ ਫੈਡਰੇਸ਼ਨ ਦੇ ਪ੍ਰਧਾਨ, ਉਸ ਤੋਂ ਬਾਅਦ ਅਸੀਂ ਮਾਨ ਦਲ ਦੇ ਆ, ਉਸ ਤੋਂ ਬਾਅਦ ਅਸੀਂ ਯੂਨਾਈਟਿਡ ਦੇ ਆ, ਉਸ ਤੋਂ ਬਾਅਦ ਅਸੀਂ ਦਲ ਖਾਲਸਾ ਜਾਂ ਹੋਰ ਜਥੇਬੰਦੀਆਂ ਜਾਂ ਵਰਲਡ ਦੀਆਂ ਸਿੱਖ ਜਥੇਬੰਦੀਆਂ ਦੇ ਆ। ਆਪਾਂ ਈਵਨ ਜਿੰਨੇ ਸਿੱਖ ਚੈਨਲ ਜਿਹੜੇ ਚੱਲ ਰਹੇ ਨੇ, ਸਾਡੇ ਅਕਾਲ ਚੈਨਲ, ਦੂਜੇ ਚੈਨਲ, ਸਾਰਿਆਂ ਦੀ ਸ਼ਮੂਲੀਅਤ ਜ਼ਰੂਰੀ ਹੈ ਔਰ ਸਾਰਿਆਂ ਦੇ ਕੋਲ ਹੀ ਸਾਨੂੰ ਜਾ ਕੇ ਆਪੋ ਆਪਣੇ ਲੈਵਲ ਤੇ ਜਾ ਕੇ ਵੀ ਪਹੁੰਚ ਕਰਨੀ ਚਾਹੀਦੀ ਹੈ। ਤੇ ਇੱਕ ਸੈਮੀਨਾਰ ਰਖਾ ਕੇ ਸਾਨੂੰ ਬਹੁਤ ਵਰਕ ਕਰਨਾ ਪੈਣਾ ਹੈ ਤੇ ਉਹਦੇ ਵਾਸਤੇ ਜਦੋਂ ਅਸੀਂ ਹਰ ਜਗ੍ਹਾ ਤੇ ਜਾਵਾਂਗੇ ਤੇ ਮੇਰਾ ਖਿਆਲ ਹੈ ਵੀ ਕੁਝ ਨਾ ਕੁਝ ਤਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਲਗੀਧਰ ਮਹਾਰਾਜ ਸਾਡੇ ਤੇ ਰਹਿਮਤ ਕਰਨਗੇ। ਪਰ ਜੇ ਅਸੀਂ ਸੌੜੀ ਸੋਚ ਲੈ ਕੇ ਚੱਲਾਂਗੇ ਤੇ ਫਿਰ ਗੱਡੀ ਨਹੀਂ ਚੱਲਣੀ। ਸਾਨੂੰ ਮਤਲਬ ਬਹੁਤ ਹੀ ਸੰਜੀਦਾ ਹੋ ਕੇ ਇਸ ਕੰਮ ਵੱਲ ਪਿੱਛੇ ਪੈਣਾ ਚਾਹੀਦਾ, ਕਿਉਂਕਿ ਮੈਂ ਬੇਨਤੀ ਕੀਤੀ ਹੈ ਕਿ ਜੇ ਆਪਾਂ ਇਹਨੂੰ ਏਦਾਂ ਹੀ ਇੱਥੇ ਥੋੜੇ ਵਾਲੇ ਗੱਲਬਾਤ ਕਰਕੇ ਛੱਡ ਦਿੰਦੇ ਆ ਤੇ ਉਹ ਤਾਂ ਫਿਰ 1995 ਵਿੱਚ ਹੋਇਆ ਸੀ ਵਿਸ਼ਵ ਸਿੱਖ ਸੰਮੇਲਨ, ਉਹ ਜਥੇਬੰਦੀ ਵੀ ਤਿਆਰ ਹੋਈ ਸੀ, ਉਸ ਤੋਂ ਬਾਅਦ ਨਾ ਅਜੇ ਤੱਕ ਕੋਈ ਜਥੇਬੰਦੀ ਕਿਸੇ ਦਿਸੀ ਹੈ ਤੇ ਨਾ ਕੁਝ ਹੋਇਆ। ਇਹਦੇ ਲਈ ਸਾਨੂੰ ਬਹੁਤ ਮਿਹਨਤ ਕਰਨੀ ਪੈਣੀ ਹੈ। ਮੈਂ ਭਾਈ ਸਾਹਿਬ ਜੀ ਕਾਂਗਰਸ ਜਾਂ ਬਿਲਕੁਲ ਤੁਹਾਡੀ ਗੱਲ ਬਿਲਕੁਲ ਦਰੁਸਤ ਹੈ ਜੀ ਭਾਈ ਸਤਨਾਮ ਸਿੰਘ ਜੀ, ਪਰ ਮੈਂ ਇੱਕ ਗੱਲ ਤੁਹਾਨੂੰ ਹੋਰ ਪੁੱਛਣੀ ਚਾਹਾਂਗਾ ਕਿ ਤੁਹਾਡੇ ਨਿੱਜੀ ਵਿਚਾਰ ਕੀ ਨੇ ਕਿ ਇਹ ਜਿਹੜੀ ਵਰਲਡ ਪਾਰਲੀਮੈਂਟ ਜਿਸ ਦਾ ਕਹਿ ਲਿਆ ਜਾਵੇ ਕਿ ਅਜੇ ਕੰਮਕਾਜ ਜਿਹੜਾ ਹੈ ਉਹ ਪੂਰਾ ਤਰੀਕੇ ਦੇ ਨਾਲ ਚੱਲਣਾ ਜਿਹੜਾ ਬਾਕੀ ਆ, ਉਸ ਦੇ ਵਿੱਚ ਕੋਈ ਆਮ ਸਿੱਖ ਜਿਹੜਾ ਆ ਉਸ ਦੀ ਵੀ ਸ਼ਮੂਲੀਅਤ ਹੋਵੇਗੀ? ਕਈ ਵਾਰ ਇਸ ਤਰ੍ਹਾਂ ਹੁੰਦਾ ਕਿ ਬਹੁਤ ਸੂਝਵਾਨ ਵਿਅਕਤੀ ਹੁੰਦਾ, ਪਰ ਜਿਸ ਤਰ੍ਹਾਂ ਦੇ ਨਾਲ ਪਾਰਟੀਆਂ 'ਚ ਵਖਰੇਵੇਂ ਚੱਲਦੇ ਆ ਜਾਂ ਟਕਰਾਅ ਹੁੰਦੇ ਉਸ ਚੀਜ਼ ਨੂੰ ਲੈ ਕੇ ਉਹ ਲੋਕ ਜਿਹੜੇ ਆ, ਚਾਹੇ ਜਿੰਨਾ ਮਰਜ਼ੀ ਕੋਈ ਸੂਝਵਾਨ ਵਿਅਕਤੀ ਹੋਵੇ, ਉਹ ਪਿੱਛੇ ਹਟ ਜਾਂਦੇ ਆ। ਕਿ ਆਮ ਸਿੱਖ ਵੀ ਇਸ ਪਾਰਲੀਮੈਂਟ ਦਾ ਹਿੱਸਾ ਬਣ ਸਕੇਗਾ
ਜਾਂ ਫਿਰ ਉਹੀ ਗੱਲ ਹੋਏਗੀ ਕਿ ਜਿਸ ਤਰ੍ਹਾਂ ਹੀ ਸਰਬੱਤ ਖਾਲਸਾ ਦੀ ਗੱਲ ਕਰਦੇ ਹਾਂ ਕਿ ਕੁਝ ਕੁ ਪਾਰਟੀਆਂ ਦੇ ਹੱਥਾਂ ਦੇ ਵਿੱਚ ਆ ਗਿਆ ਤੇ 5 ਬੰਦੇ ਅਸੀਂ ਇਸ ਜਥੇਬੰਦੀ ਦੇ ਪਾਲੇ, 2 ਇਸ ਦੇ ਪਾਲੇ, 3 ਉਸ ਦੇ ਪਾਲੇ, ਇਸ ਤਰ੍ਹਾਂ ਦੀ ਕੋਈ ਚੀਜ਼ ਜਿਹੜੀ ਆ, ਇਹ ਮੈਂ ਸੋਚਦਾ ਆ ਕਿ ਕਦੀ ਵੀ ਸਿੱਖ ਨਹੀਂ ਚਾਹਣਗੇ ਕਿ ਇਸ ਤਰ੍ਹਾਂ ਦੀ ਕੋਈ ਚੀਜ਼ ਨਿਕਲ ਕੇ ਸਾਹਮਣੇ ਆਵੇ। ਹਰ ਇੱਕ ਨੂੰ ਬਰਾਬਰ ਦਾ ਮੌਕਾ ਮਿਲੇ ਤੇ ਆਮ ਵਿਅਕਤੀ ਜਿਹੜਾ ਕੋਈ ਸੂਝਵਾਨ ਆ, ਕੋਈ ਚੰਗੀ ਨੌਲੇਜ ਰੱਖਦਾ, ਚੰਗੇ ਵਿਚਾਰ ਦੇ ਸਕਦਾ ਵਾ, ਉਹਨਾਂ ਦੀ ਘਾਟ ਨਹੀਂ ਕਿ ਉਹਨਾਂ ਨੂੰ ਵੀ ਮੌਕਾ ਦਿੱਤਾ ਜਾ ਸਕਦਾ। ਹਾਂਜੀ, ਇਹ ਤੁਹਾਡਾ ਸਵਾਲ ਬਹੁਤ ਵਾਜਬ, ਬਹੁਤ ਵਧੀਆ ਹੈ। ਵੇਖੋ, ਮੈਂ ਬੇਨਤੀ ਕਰਦਾ ਵੀ ਜਿਸ ਤਰ੍ਹਾਂ ਮੈਂ ਇੱਕ ਨਾਂ ਲੈ ਦੇਣਾ ਤੁਹਾਡੇ ਕੋਲ, ਜਸਟਿਸ ਕੁਲਦੀਪ ਸਿੰਘ ਜਾਂ ਇਸ ਤਰ੍ਹਾਂ ਦੀਆਂ ਹੋਰ ਜਿਹੜੀਆਂ ਪਰਸਨੈਲਿਟੀਆਂ ਨੇ, ਬਹੁਤ ਸਾਰੇ ਸਾਡੇ ਕੋਲ ਸਿੱਖ ਬੱਚੇ ਜਿਹੜੇ ਆ ਉਹ PhD ਵਗੈਰਾ ਕਰ ਗਏ ਨੇ, ਉਹਨਾਂ ਦਾ ਪੈਨਲ ਵੱਖਰਾ ਬਣਨਾ ਚਾਹੀਦਾ ਉਹ, ਤਾਂ ਕਿ ਸਾਡਾ ਜਿਹੜਾ ਕਮਿਊਨੀਕੇਸ਼ਨ ਹੈ ਇੱਕ ਦੂਜੇ ਨਾਲ ਪੂਰਾ ਬਣਿਆ ਰਹੇ। ਜਿਹੜੇ ਕੋਈ ਬਹੁਤ ਸਾਰੀਆਂ ਗੱਲਾਂ ਜਿਸ ਤਰ੍ਹਾਂ ਤੁਸੀਂ ਹੁਣੇ ਕਿਹਾ ਸੀਗਾ ਵੀ ਕੀ ਸਰਕਾਰਾਂ ਇਸ ਨੂੰ ਅੱਗੇ ਤੁਰਨ ਦੇਣਗੀਆਂ, ਉਹਦੇ ਵਾਸਤੇ ਸਾਨੂੰ ਇੱਕ ਲਾਇਰ ਜਿਹੜੀ ਇੱਕ ਮਤਲਬ ਇੱਕ ਗਰੁੱਪ ਬਣਾਉਣਾ ਪਵੇਗਾ। ਠੀਕ ਹੈ ਭਾਈ ਸਾਹਿਬ ਜੀ, ਆਪਾਂ ਕੁਝ ਸੰਤ ਵਿੱਚ ਲੈਣੇ ਪੈਣਗੇ, ਸਾਰਾ ਕੁਝ ਉਹ ਤਾਂ ਕਰਨਾ ਪੈਣਾ ਜੀ, ਉਹ ਤਾਂ ਪ੍ਰੋਪਰ ਭਾਈ ਸਾਹਿਬ ਜੀ, ਭਾਈ ਸਤਨਾਮ ਸਿੰਘ ਜੀ ਬਣਾਉਣੇ ਪੈਣਗੇ ਨਾ। ਭਾਈ ਸਤਨਾਮ ਸਿੰਘ ਜੀ, ਤੁਹਾਡਾ ਇਸ ਸ਼ੋਅ ਦੇ ਵਿੱਚ ਜੁੜਨ ਵਾਸਤੇ ਅਸੀਂ ਸਿੱਖ ਚੈਨਲ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਇਸ ਲਈ ਤੁਹਾਡਾ ਬਹੁਤ ਧੰਨਵਾਦ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਨਾਲ ਦੂਸਰੇ ਕਾਲਰ ਜਿਹੜੇ ਨੇ ਇਸ ਵੇਲੇ ਉਹ ਜੁੜ ਚੁੱਕੇ ਨੇ, ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਤੋ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਭਾਈ ਸਾਹਿਬ ਭਾਈ ਬਲਦੇਵ ਸਿੰਘ ਜੀ ਸਿਰਸਾ, ਜੋ ਕਿ ਦਲ ਖਾਲਸਾ ਦੇ ਨੁਮਾਇੰਦੇ ਹਨ, ਉਹ ਕਾਲ ਲਾਈਨ ਤੇ ਇਸ ਵੇਲੇ ਜੁੜ ਚੁੱਕੇ ਹਨ। ਆਓ ਉਹਨਾਂ ਨਾਲ ਗੱਲਬਾਤ ਕਰੀਏ ਜੀ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਖਾਲਸਾ ਜੀ ਫਤਿਹ। ਭਾਈ ਸਾਹਿਬ ਜੀ, ਜਿਵੇਂ ਕਿ ਵਿਚਾਰ ਚੱਲ ਰਹੀ ਆ, ਜਿਹੜਾ ਪ੍ਰੋਗਰਾਮ ਬਿਹਾਈਂਡ ਦਾ ਹੈਡਲਾਈਨਸ, ਇਹਦੇ ਵਿੱਚ ਵਿਚਾਰ ਚੱਲ ਰਹੀ ਆ ਕਿ ਜਿਵੇਂ ਕਿ ਮੰਗ ਉੱਠੀ ਆ ਕਿ ਵਰਲਡ ਜਿਹੜੀ ਸਿੱਖ ਪਾਰਲੀਮੈਂਟ ਬਣਾਈ ਜਾਵੇ, ਤੇ ਤੁਹਾਡਾ ਇਹਦੇ ਬਾਰੇ ਕੀ ਕਹਿਣਾ ਆ ਜੀ? ਵਰਲਡ ਸਿੱਖ ਪਾਰਲੀਮੈਂਟ ਬਾਰੇ ਜੀ? ਹਾਂਜੀ, ਦੇਖੋ ਜੀ, ਇਹ ਇਸ ਟਾਈਮ ਤੇ ਸਿੱਖ ਕੌਮ ਵਾਸਤੇ ਬਹੁਤ ਹੀ ਜ਼ਰੂਰਤ ਹੈ, ਕਿਉਂਕਿ ਅੱਜ ਸਿੱਖ ਕੌਮ ਦੇ ਉੱਤੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਹਮਲੇ ਹੋ ਰਹੇ ਨੇ, ਅੰਦਰੂਨੀ ਔਰ ਬਾਹਰੀ, ਔਰ ਅੱਜ ਸਾਡਾ ਰਾਜਨੀਤਿਕ ਤੌਰ ਤੇ, ਆਰਥਿਕ ਤੌਰ ਤੇ, ਧਾਰਮਿਕ ਤੌਰ ਤੇ ਜਿਸ ਤਰ੍ਹਾਂ ਸਾਡਾ ਸ਼ੋਸ਼ਣ ਭਾਰਤ ਵਿੱਚ ਹੋ ਰਿਹਾ ਹੈ, ਔਰ ਅੱਜ ਜਿਹੜਾ ਸਿੱਖ ਹੈ ਉਹ ਪੰਜਾਬ ਜਾਂ ਭਾਰਤ ਤੱਕ ਸੀਮਿਤ ਨਹੀਂ ਰਿਹਾ, ਇਹ ਪੂਰੇ ਸੰਸਾਰ ਵਿੱਚ ਹੈ। ਜਿਸ ਕਰਕੇ ਇਹ ਪੂਰੇ ਸੰਸਾਰ 'ਚ ਵਿਚਰਦਿਆਂ ਹੋਇਆ ਅੱਜ ਜੋ ਇਹ ਸਿੱਖ ਬੁੱਧੀਜੀਵੀਆਂ ਨੇ ਅਤੇ ਇਹ ਸਿੱਖ ਚਿੰਤਕ ਜਿਹੜੇ ਲੋਕ ਨੇ, ਉਹਨਾਂ ਨੇ ਇਹ ਵਰਲਡ ਸਿੱਖ ਪਾਰਲੀਮੈਂਟ ਜਿਹੜੀ ਬਣਾਉਣ ਦੀ ਜੋ ਪਲਾਨ ਬਣਾਇਆ ਹੈ, ਇਹ ਬਹੁਤ ਜ਼ਰੂਰੀ ਹੈ, ਇਹ ਸਮੇਂ ਦੀ ਮੁੱਖ ਲੋੜ ਹੈ। ਠੀਕ ਹੈ ਜੀ, ਮੈਂ ਤੁਹਾਡੇ ਨਾਲ ਫਿਰ ਆਵਾਂਗਾ। ਭਾਈ ਸਾਹਿਬ ਭਾਈ ਹਰਿੰਦਰ ਸਿੰਘ ਜੀ, ਜੋ ਇਹਨਾਂ ਨੇ ਵਿਚਾਰ ਦਿੱਤੇ ਨੇ, ਕਿ ਇਹਦੇ ਨਾਲ ਤੁਸੀਂ ਕਿੰਨੇ ਸਹਿਮਤ ਹੋ? ਬਿਲਕੁਲ ਇਸ ਦੀ ਲੋੜ ਤਾਂ ਹੈਗੀ ਹੈ, ਪਰ ਮੈਂ ਸਿਰਸਾ ਸਾਹਿਬ ਤੋਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗਾ ਤੇ ਜਾਣਨਾ ਚਾਹਾਂਗਾ ਕਿ ਸਿਰਸਾ ਸਾਹਿਬ ਇਸ ਨੂੰ ਇੰਪਲੀਮੈਂਟ ਕਿਸ ਤਰ੍ਹਾਂ ਕੀਤਾ ਜਾਊਗਾ, ਇਸ ਨੂੰ ਬਣਾਇਆ ਕਿਸ ਤਰ੍ਹਾਂ ਜਾਊਗਾ, ਇਸ ਦੀ ਰੂਪਰੇਖਾ ਕੀ ਹੋਊਗੀ, ਕਿਸ ਤਰ੍ਹਾਂ ਦੇ ਨਾਲ ਇੱਕ ਇੰਨਾ ਵੱਡਾ ਨੈਟਵਰਕ ਤਿਆਰ ਕੀਤਾ ਜਾਊਗਾ ਕਿ ਸੁਹਿਰਦ ਸਿੱਖਾਂ ਨੂੰ ਇੱਕ ਮੰਚ ਦੇ ਉੱਤੇ ਇਕੱਠਾ ਕੀਤਾ ਜਾ ਸਕੇ, ਚਾਹੇ ਉਹ ਵਿਦੇਸ਼ਾਂ ਦੇ ਵਿੱਚ ਰਹਿੰਦੇ ਆ, ਚਾਹੇ ਉਹ ਭਾਰਤ ਦੇ ਵਿੱਚ ਰਹਿੰਦੇ ਆ, ਚਾਹੇ ਉਹ ਪਾਕਿਸਤਾਨ ਦੇ ਵਿੱਚ ਵੀ ਰਹਿੰਦੇ ਆ। ਹੈਲੋ, ਹਾਂਜੀ, ਤੁਹਾਨੂੰ ਆਵਾਜ਼ ਸੁਣੀ ਹਰਿੰਦਰ ਸਿੰਘ ਉਹਨਾਂ ਦੀ? ਭਾਈ ਸਾਹਿਬ ਭਾਈ ਚਰਨਜੀਤ ਸਿੰਘ ਜੀ, ਤੁਸੀਂ ਆਪਣੇ ਵੱਲੋਂ ਸਵਾਲ ਇਹ ਦੁਬਾਰਾ ਜਿਹੜਾ ਆ ਉਹ ਕਰ ਦਿਓ। ਭਾਈ ਸਾਹਿਬ ਜੀ, ਉਹ ਸਵਾਲ ਕਰ ਰਿਹਾ ਭਾਈ ਹਰਿੰਦਰ ਸਿੰਘ ਜੀ ਵੀ ਜਿਵੇਂ ਇਹ ਜਿਹੜੀ ਆ ਵਰਲਡ ਸਿੱਖ ਪਾਰਲੀਮੈਂਟ ਜਿਹੜੀ ਬਣਾਈ ਜਾਏਗੀ, ਇਹਦੇ ਵਿੱਚ ਕਿਹੜੇ ਸਿੱਖ ਲਏ ਜਾਣਗੇ? ਜਿਵੇਂ ਕਿ ਹੁਣ ਇਹਦੇ ਵਿੱਚ ਪਾਕਿਸਤਾਨ ਵੀ ਸ਼ਾਮਲ ਹੈ ਜਾਂ ਹੋਰ ਮੁਲਕ ਵੀ ਸ਼ਾਮਲ ਨੇ, ਕਿ ਜਿਹੜੀ ਇੰਡੀਅਨ ਗੌਰਮੈਂਟ ਆ ਕਿ ਉਹ ਇਹ ਬਰਦਾਸ਼ਤ ਕਰੇਗੀ, ਜਾਂ ਉਹਨਾਂ ਦਾ ਕੀ ਕਹਿਣਾ ਹੋਏਗਾ ਇਹਦੇ ਬਾਰੇ? ਦੇਖੋ, ਪ੍ਰਤੀਕਰਮ ਜੇ ਤਾਂ ਅਸੀਂ ਉਹਨਾਂ ਨੂੰ ਇਸ ਗੱਲ ਲਈ ਕਰ ਲੈਂਦੇ ਹਾਂ ਸੈਟੀਸਫਾਈ ਕਿ ਇਹ ਜਿਹੜੀ ਇਹ ਜ਼ਰੂਰਤ ਹੈ ਸਾਡੀ, ਤਾਂ ਉਹ ਇਸ ਗੱਲ ਨੂੰ ਮਹਿਸੂਸ ਕਰਦੇ ਨੇ, ਤੇ ਮੈਂ ਸਮਝਣਾ ਕਿ ਉਹ ਸਾਡੇ ਨਾਲ ਚੱਲਣਗੇ। ਇਸ ਤਰ੍ਹਾਂ ਦੀ ਕੋਈ ਗੱਲ ਨਹੀਂ, ਕਿਉਂਕਿ ਜਿਹੜੀਆਂ ਸਿੱਖ ਦੀਆਂ ਪ੍ਰੋਬਲਮਸ ਨੇ ਉਹ ਵਰਲਡ ਵਾਈਡ ਨੇ, ਤੇ ਉਹਨਾਂ ਦਾ ਹੱਲ ਜਿਹੜਾ ਹੈ ਉਹਦਾ ਜਿਹੜਾ ਮੇਨ ਧੁਰਾ ਹੈ ਉਹ ਪੰਜਾਬ ਹੈ। ਪੰਜਾਬ ਦੀ ਸਰਜ਼ਮੀਨ ਤੋਂ ਹੀ ਅਸੀਂ ਸਾਰੇ ਖਿਲ ਰਹੇ ਹਾਂ, ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਗਏ ਹਾਂ। ਸੋ ਸਾਨੂੰ ਸਭ ਤੋਂ ਪਹਿਲਾਂ, ਮੈਂ ਗੱਲ ਕਰ ਰਿਹਾ ਸੀ ਵਿੱਚ ਡਿਸਕਨੈਕਟ ਹੋ ਗਈ ਸੀ ਕਾਲ, ਕਿ ਸਾਨੂੰ ਸਭ ਤੋਂ ਵੱਡੀ ਲੋੜ ਹੈ ਕੁਆਲਿਟੀ ਦੀ, ਕਿ ਜਿਹੜੀ ਵੀ ਚੀਜ਼ ਅਸੀਂ ਤਿਆਰ ਕਰਨ ਜਾ ਰਹੇ ਹਾਂ ਉਹਦਾ ਆਪਸੀ ਤਾਲਮੇਲ, ਇਹ ਸੁਹਿਰਦਤਾ, ਇੱਕ ਦੂਜੇ ਪ੍ਰਤੀ ਪਰਸਪਰ ਪਿਆਰ,
ਤੇ ਇੱਕ ਦਿਆਨਤਦਾਰੀ ਦੇ ਨਾਲ ਅਸੀਂ ਆਪਣੇ ਹਉਮੈ, ਹੰਕਾਰ ਤੇ ਈਰਖਾ ਨੂੰ ਪਾਸੇ ਰੱਖ ਕੇ ਇਸ ਊਚ ਨੀਚਤਾ ਨੂੰ ਕਿ ਆ ਜਿਹੜਾ ਧੜਾ ਹੈ ਜੀ ਜਾਂ ਗਰੁੱਪ ਹੈ ਜਿਹੜਾ ਇਹ ਬਹੁਤ ਕੁਰਬਾਨੀ ਵਾਲਾ ਤੇ ਦੂਜੇ ਦੀ ਕੁਰਬਾਨੀ ਘੱਟ ਹੈ। ਸੋ ਹਰ ਇੱਕ ਆਪਣੀ ਆਪਣੀ ਜਗ੍ਹਾ ਜਿੰਨੇ ਜੋ ਕੀਤਾ ਜਾਂ ਤਾਂ ਉਹਨਾਂ ਦਾ ਇੱਕ ਚਾਰਟਰ ਤਿਆਰ ਕਰ ਲਿਆ ਜਾਵੇ ਕਿ ਆਹ ਜਥੇਬੰਦੀ ਦੱਸੇਗੀ ਇਹਨੇ ਕੀ ਕੀਤਾ ਤੇ ਉਹਦੀ ਨੁਮਾਇੰਦਗੀ ਇਹਦੇ ਵਿੱਚ ਜ਼ਰੂਰੀ ਹੈ। ਇੱਕ ਵਿਚਾਰਧਾਰਾ ਨੂੰ ਇਕੱਠਿਆਂ ਕਰਨ ਦੀ ਲੋੜ ਹੈਗੀ ਹੈ। ਸੋ ਉਸ ਲਈ ਬਹੁਤ ਹੀ ਸੰਜੀਦਾ ਢੰਗ ਦੇ ਨਾਲ ਗੱਲ ਕਰਨੀ ਪਵੇਗੀ। ਕੁਝ 2-4 ਜਥੇਬੰਦੀਆਂ ਤੱਕ ਸੀਮਿਤ ਰੱਖ ਕੇ ਜੇ ਵਰਲਡ ਸਿੱਖ ਪਾਰਲੀਮੈਂਟ ਦਾ ਇੱਕ ਆਪਣਾ ਨਾਮ ਦੇ ਕੇ ਤੇ ਅਸੀਂ ਉਹਨੂੰ ਇੱਕ ਸਕੀਰਨ ਸੋਚ ਦੇ ਵਿੱਚ ਰੱਖਾਂਗੇ ਤਾਂ ਫਿਰ ਇਹ ਕਦੇ ਵੀ ਸਿਰੇ ਨਹੀਂ ਚੜੇਗੀ ਗੱਲ। ਠੀਕ ਹੈ ਭਾਈ ਸਾਹਿਬ, ਭਾਈ ਬਲਦੇਵ ਸਿੰਘ ਜੀ ਉਹਦਾ ਹਸ਼ਰ ਫਿਰ ਸ਼ਾਇਦ ਮੈਨੂੰ ਲੱਗਦਾ ਸਰਬੱਤ ਖਾਲਸਾ ਵਾਲਾ ਹੀ ਹੋਊਗਾ ਜੇਕਰ ਇਸ ਤਰ੍ਹਾਂ ਦੇ ਨਾਲ ਕੀਤਾ ਜਾਊਗਾ। ਭਾਈ ਕਰਨੈਲ ਸਿੰਘ ਜੀ, ਮੈਂ ਤੁਹਾਡੇ ਤੋਂ ਜਾਣਨਾ ਚਾਹੂੰਗਾ ਕਿ ਤੁਸੀਂ ਇੱਕ ਸ਼ੁਰੂਆਤ ਦੇ ਉੱਤੇ ਗੱਲ ਕੀਤੀ ਸੀਗੀ ਕਿ ਜਿਹੜੇ ਬਿਆਨ ਅਖਬਾਰਾਂ ਦੇ ਵਿੱਚ ਆ ਰਹੇ ਆ ਕੁਝ ਕਿ ਸਿੱਖ ਪਾਰਲੀਮੈਂਟ ਬਣਨੀ ਚਾਹੀਦੀ ਆ, ਇਸ ਤਰ੍ਹਾਂ ਦੇ ਨਾਲ ਇਸ ਦੇ ਮੈਂਬਰ ਜਿਹੜੇ ਆ 150 ਮੈਂਬਰ ਜਿਹੜਾ ਆ ਉਹ ਵਿਦੇਸ਼ ਤੋਂ ਲਿਆ ਜਾਊਗਾ, 150 ਮੈਂਬਰ ਜਿਹੜਾ ਭਾਰਤ ਤੋਂ ਇੱਥੋਂ ਪੰਜਾਬ ਤੋਂ ਜਿਹੜਾ ਆ ਉਹ ਲਿਆ ਜਾਊਗਾ। ਤੁਸੀਂ ਕਿਹਾ ਸੀਗਾ ਕਿ ਤੁਹਾਡੇ ਕੋਲ ਕਿਸੇ ਨੇ ਅਜੇ ਤੱਕ ਪਹੁੰਚ ਨਹੀਂ ਕੀਤੀ, ਪਰ ਜੇਕਰ ਇਸ ਤਰ੍ਹਾਂ ਦੀ ਕੋਈ ਅਸੀਂ ਚੀਜ਼ ਸਾਹਮਣੇ ਲੈ ਕੇ ਆ ਰਹੇ ਹਾਂ ਤਾਂ ਕੀ ਤੁਸੀਂ ਸੱਚੇ ਸਿੱਖ ਹੋਣ ਦੇ ਨਾਤੇ ਆਪਣੇ ਤੌਰ ਦੇ ਉੱਤੇ ਉਹਨਾਂ ਲੋਕਾਂ ਤੱਕ ਪਹੁੰਚ ਕਰੋਗੇ ਕਿ ਹਾਂ ਇੱਕ ਵਾਕਿਆ ਹੀ ਇੱਕ ਅੱਛਾ ਕਦਮ ਆ ਤਾਂ ਇਸ ਦੇ ਵਿੱਚ ਅੱਗੇ ਵੱਧ ਕੇ ਜੇਕਰ ਕੋਈ ਕੌਮ ਦਾ ਭਲਾ ਹੋ ਸਕਦਾ ਹੈ ਤਾਂ ਉਸ ਦੇ ਵਿੱਚ ਪਾਰਟਿਸਿਪੇਟ ਕੀਤਾ ਜਾਵੇ? ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਭਾਈ ਜਗਤਾਰ ਸਿੰਘ ਜੀ ਹਵਾਰਾ ਨਾਲ ਮੁਲਾਕਾਤ ਕਰੀਏ। ਜਿਹੜੇ ਉਹਨਾਂ ਦੇ ਮੀਡੀਏਟਰ ਨੇ, ਜਿਹੜੇ ਉਹਨਾਂ ਦੇ ਨਾਲ ਮੁਲਾਕਾਤ ਕਰਕੇ ਆਉਂਦੇ ਨੇ, ਉਹਨਾਂ ਨੂੰ ਪਤਾ ਨਹੀਂ ਕੀ ਪ੍ਰੋਬਲਮ ਹੈ। ਉਹ ਲਗਾਤਾਰ ਸਾਡੇ ਕੋਲੋਂ ਸਾਡੀ ਆਈਡੀ ਵੀ ਲੈਂਦੇ ਆ, ਸਾਨੂੰ ਕਹਿੰਦੇ ਨੇ ਜੀ ਅਗਲੇ ਹਫ਼ਤੇ ਤੁਹਾਡੀ ਮੁਲਾਕਾਤ ਹੋਵੇਗੀ, ਲੇਕਿਨ ਅਜੇ ਤੱਕ ਉਹ ਮੁਲਾਕਾਤ ਕਰਵਾਉਣ ਵਿੱਚ ਸਫਲ ਨਹੀਂ ਹੋ ਸਕੇ। ਜਦੋਂ ਕਿ ਉੱਥੇ 10 ਵਿਅਕਤੀ ਜਿਹੜੇ ਉਹਨਾਂ ਨੇ ਨਾਮ ਦਿੱਤੇ ਹੋਏ ਆ ਉਹ ਚੇਂਜ ਕਰਕੇ ਉਹਨਾਂ ਦੇ ਵਿੱਚ ਜਦੋਂ ਮਰਜ਼ੀ ਜਿਸ ਦੀ ਮਰਜ਼ੀ ਮੁਲਾਕਾਤ ਕਰਾਈ ਜਾ ਸਕਦੀ ਹੈ। ਇੱਕ ਤਾਂ ਇਹ ਵੱਡਾ ਇੱਕ ਅੜਿੱਕਾ ਬਣ ਰਿਹਾ ਹੈ ਕਿ ਸਾਨੂੰ ਭਾਈ ਜਗਤਾਰ ਸਿੰਘ ਹਵਾਰਾ ਦੀ ਅੰਦਰਲੀ ਜਿਹੜੀ ਗੱਲ ਹੈ ਉਹ ਬਾਹਰ ਸਹੀ ਢੰਗ ਨਾਲ ਸਾਡੇ ਸਾਹਮਣੇ ਨਹੀਂ ਆ ਰਹੀ। ਦੂਸਰੀ ਮੇਨ ਗੱਲ ਇਹ ਆ ਕਿ ਗੱਲ ਇੱਕ ਦੀ ਨਹੀਂ ਕਿ ਕਰਨੈਲ ਸਿੰਘ ਨਾਲ ਤਾਲਮੇਲ ਨਹੀਂ, ਮਤਲਬ ਇਹ ਆ ਕਿ ਜਿਹੜੀਆਂ ਸਾਡੀਆਂ ਜਥੇਬੰਦੀਆਂ ਨੇ ਕੋਈ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰੇ ਕਿ ਇਹ ਵਰਲਡ ਸਿੱਖ ਪਾਰਲੀਮੈਂਟ ਇੱਕ ਆਹ ਗਰੁੱਪ ਬਣਾ ਰਿਹਾ ਪਾਰਟੀਕੂਲਰ, ਤਾਂ ਉਹ ਫਿਰ ਇੱਕ ਧੜੇ ਵਿੱਚ ਰਹਿ ਜਾਏਗੀ ਗੱਲ। ਜਦੋਂ ਅਸੀਂ ਕੌਮ ਦੀ ਗੱਲ ਕਰ ਰਹੇ ਹਾਂ ਕਿ ਕੌਮ ਨੂੰ ਦਰਪੇਸ਼ ਮੁਸ਼ਕਲਾਂ ਨੇ, ਉਹਨਾਂ ਦਾ ਕਿਵੇਂ ਹੱਲ ਕੱਢਣਾ, ਤਾਂ ਫਿਰ ਉੱਥੇ ਕਈ ਕਰਨੈਲ ਸਿੰਘਾਂ ਨਾਲ ਤੁਹਾਨੂੰ ਸੰਪਰਕ ਕਰਨਾ ਪਵੇਗਾ, ਤਾਂ ਸਾਰਿਆਂ ਨੂੰ ਭਰੋਸੇ ਵਿੱਚ ਲੈਣਾ ਪਵੇਗਾ, ਤਾਂ ਜਾ ਕੇ ਇਹ ਮਸਲਾ ਜਿਹੜਾ ਇਹ ਠੀਕ ਹੋਵੇਗਾ। ਤੇ ਅਸੀਂ ਕੰਮ ਤਾਂ ਇਹ ਸੋਚ ਰਹੇ ਹਾਂ ਕਿ ਅਸੀਂ ਆਪਣੀ ਕੌਮ ਦੀ ਆਵਾਜ਼ ਇੱਕ ਬਣ ਕੇ ਦੁਨੀਆ ਭਰ ਦੇ ਵਿੱਚ ਉਹਦਾ ਇੱਕ ਸਾਂਝਾ ਮੈਸੇਜ ਸਹੀ ਰੂਪ ਵਿੱਚ ਜਾਵੇ। ਤੇ ਜੇ ਅਸੀਂ ਉਹਨੂੰ ਵਿਅਕਤੀਆਂ ਦੀ ਏਕਤਾ ਦਾ ਇੱਕ ਨਾਮ ਦੇ ਕੇ, ਜਿਵੇਂ ਜਦੋਂ ਵੀ ਅੱਗੇ ਤੁਸੀਂ ਪਿਛਲੇ ਸਮੇਂ 'ਚ ਵੇਖਦੇ ਰਹੇ ਹੋ ਬਾਦਲ ਤੋਂ ਟੌਰਾ ਦੀ ਏਕਤਾ ਹੋ ਗਈ ਤਾਂ ਜੀ ਸਮੁੱਚੇ ਪੰਥ ਦੀ ਏਕਤਾ ਹੋ ਗਈ, ਇਸ ਤਰ੍ਹਾਂ ਦਾ ਮਾਹੌਲ ਨਹੀਂ ਦੇਣਾ ਚਾਹੀਦਾ ਕਿ ਦੋ ਜਥੇਬੰਦੀਆਂ ਦੇ ਵਿਚਾਰਧਾਰਕ ਮਤਭੇਦ ਨੇ ਤੇ ਜੋ ਇਕੱਠੀਆਂ ਹੋ ਗਈਆਂ ਤੇ ਸਮਝੋ ਸਾਰਾ ਪੰਥ ਇਕੱਠਾ ਹੋ ਗਿਆ। ਇਸ ਤਰ੍ਹਾਂ ਦਾ ਮਾਹੌਲ ਉਸ ਚੈਪਟਰ ਤੇ ਸਾਨੂੰ ਚੱਲਣਾ ਨਹੀਂ ਚਾਹੀਦਾ। ਠੀਕ ਹੈ ਜੀ ਭਾਈ ਸਾਹਿਬ, ਭਾਈ ਬਲਦੇਵ ਸਿੰਘ ਜੀ, ਮੈਂ ਤੁਹਾਡੇ ਵੱਲ ਆਵਾਂ ਕਿ ਜਿਵੇਂ ਭਾਈ ਸਾਹਿਬ ਜੀ ਨੇ ਕਿਹਾ, ਭਾਈ ਕਰਨੈਲ ਸਿੰਘ ਜੀ ਉਹਨਾਂ ਨੇ, ਕਿ ਸਾਨੂੰ ਸਾਰੀਆਂ ਜਥੇਬੰਦੀਆਂ ਨੂੰ ਇੱਕ ਥਾਂ ਕਰਕੇ ਔਰ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਜਿਹੜੀ ਵਰਲਡ ਸਿੱਖ ਪਾਰਲੀਮੈਂਟ ਬਣਾਉਣੀ ਪੈਗੀ, ਤੁਸੀਂ ਇਹਦੇ ਨਾਲ ਕਿੰਨਾ ਸਹਿਮਤ ਹੋ? ਜਿਵੇਂ ਮੈਂ ਗੱਲ ਕਰ ਰਿਹਾ ਕਿ ਜਿਹੜੀ ਵਰਲਡ ਸਿੱਖ ਪਾਰਲੀਮੈਂਟ ਬਣਾਉਣੀ ਚਾਹੁੰਦੇ ਹੋ ਕਿ ਇਹਨੂੰ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਔਰ ਸਾਰੀਆਂ ਜਥੇਬੰਦੀਆਂ ਨਾਲ ਲੈ ਕੇ ਇਹ ਬਣਾਉਣੀ ਪਏਗੀ, ਤੁਸੀਂ ਇਹਦੇ ਨਾਲ ਕਿੰਨਾ ਸਹਿਮਤ ਹੋ? ਦੇਖੋ, ਗੱਲ ਇਹ ਹੈ ਕਿ ਜੇ ਅਸੀਂ ਸਮੁੱਚੀ ਕੌਮ ਦੀ ਗੱਲ ਕਰਨੀ ਹੈ ਤੇ ਸਮੁੱਚੇ ਸੰਸਾਰ ਦੇ ਵਿੱਚ ਬੈਠੇ ਸਿੱਖਾਂ ਦੀ ਗੱਲ ਕਰਨੀ ਹੈ ਤੇ ਉੱਥੇ ਸਾਨੂੰ ਇਹ ਬੜਾ ਮਤਲਬ ਕਿ ਜਿਹੜਾ ਗੰਭੀਰ ਮਸਲਾ ਕੌਮੀ ਮਸਲਾ ਹੈ ਤੇ ਇਹਦੇ ਵਿੱਚ ਸਾਨੂੰ ਕੁਝ ਫਰਾਕਚਰੀ ਨਾਲ ਵੀ ਫੈਸਲੇ ਕਰਨੇ ਪੈਣਗੇ ਔਰ ਸਾਰਿਆਂ ਤੱਕ ਸਾਨੂੰ ਪਹੁੰਚ ਵੀ ਕਰਨੀ ਚਾਹੀਦੀ ਹੈ। ਜੇਕਰ ਅਸੀਂ ਚਾਹੁੰਦੇ ਹਾਂ ਕਿ ਕੌਮ ਦੀ ਕੋਈ ਜਿਹੜੀ ਆ ਵਿਗੜੀ ਹੋਈ ਹੈ ਇਹ ਸਹੁਰੇ, ਤਾਂ ਫਿਰ ਜਿਹੜਾ ਹੈ ਉਹ ਸਾਨੂੰ ਪਾਰਟੀਆਂ ਤੇ ਧੜਿਆਂ ਤੋਂ ਉੱਪਰ ਉੱਠ ਕੇ ਬੈਠ ਕੇ ਮੀਟਿੰਗਾਂ ਕਰਕੇ ਇੱਕ ਦੂਸਰੇ ਨਾਲ ਜਿਹੜਾ ਘੱਟੋ ਘੱਟ ਪ੍ਰੋਗਰਾਮ ਲੈ ਕੇ ਉਸ ਪ੍ਰੋਗਰਾਮ ਨੂੰ ਸਾਂਝੇ ਤੌਰ ਤੇ ਜਿਹੜਾ ਇੱਕ ਪਲੇਟਫਾਰਮ ਤੇ ਜਿਹੜੀ ਆ ਆਵਾਜ਼ ਉਠਾਉਣ ਦੀ ਜ਼ਰੂਰਤ ਹੈ, ਕਿਉਂਕਿ ਸਮੁੱਚੀ ਕੌਮ ਜਿਹੜੀ ਆ ਉਹ ਚਾਹੁੰਦੀ ਹੈ ਕਿ ਅੱਜ
ਜਿਹੜੀ ਸਿੱਖ ਕੌਮ ਹੈ ਇਹ ਥਾਂ-ਥਾਂ ਵੰਡੀ ਹੋਈ ਹੈ, ਜਿਸ ਕਰਕੇ ਕੌਮ ਦਾ ਘਾਣ ਹੋ ਰਿਹਾ। ਔਰ ਇਹ ਹੈ ਵੀ ਸੱਚ ਹੈ, ਕਿਉਂਕਿ ਅੱਜ ਦੇ ਸਮੇਂ ਵਿੱਚ ਜਿਹੜੀ ਸਿੱਖ ਕੌਮ ਹੈ ਉਹ ਲੀਡਰਲੈਸ ਹੈ। ਅੱਜ ਸਿੱਖ ਕੌਮ ਦਾ ਲੀਡਰ ਨਹੀਂ ਹੈਗਾ ਕੋਈ, ਜਿਸ ਕਰਕੇ ਅੱਜ ਜੇ ਪੰਜਾਬ ਦੀ ਤੁਸੀਂ ਗੱਲ ਕਰਦੇ ਜੇ, ਪੰਜਾਬ ਸਿੱਖੀ ਦਾ ਇੱਕ ਧੁਰਾ ਹੈ। ਅੱਜ ਪੰਜਾਬ ਦੇ ਵਿੱਚ ਕਿਸਾਨੀ ਦੀ ਕੀ ਹਾਲਤ ਹੈ, ਅੱਜ ਧਾਰਮਿਕ ਪੱਖੋਂ ਸਾਡੀ ਕੀ ਹਾਲਤ ਹੈ। ਕਿਸ ਤਰ੍ਹਾਂ ਇੱਥੇ ਜੇ ਪੰਜਾਬ ਦੇ ਵਿੱਚ ਹੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਗੁਰਬਾਣੀ ਦਾ ਨਿਰਾਦਰ ਹੋ ਰਿਹਾ ਔਰ ਸਿੱਖਾਂ ਦਾ ਇੱਥੇ ਘਾਣ ਹੋ ਰਿਹਾ। ਭਾਰਤ ਵਿੱਚ ਤਾਂ ਹੋਣਾ ਹੀ ਹੋਣਾ ਤੇ ਪੂਰੇ ਸੰਸਾਰ ਦੇ ਜੇ ਅਸੀਂ ਸਿੱਖਾਂ ਦੀ ਗੱਲ ਕਰਾਂਗੇ ਤਾਂ ਉੱਥੇ ਸਾਨੂੰ ਸੋਚ ਸਮਝ ਕੇ ਇਹ ਕੰਮ ਜਿਹੜਾ ਹੈ ਇਹ ਬੜੀ ਪ੍ਰਾਗਜਰੀ ਨਾਲ ਬੜਾ ਵਿਚਾਰ ਕੇ ਇਹਦੇ ਵਿੱਚ ਬੁੱਧੀਜੀਵੀ ਜਿਹੜੇ ਸਿੱਖ ਚਿੰਤਕ ਨੇ ਉਹ ਲੋਕ ਇਹਦੇ ਵਿੱਚ ਕੰਮ ਕਰ ਰਹੇ ਨੇ ਔਰ ਉਹ ਲੰਬੀ ਇੱਕ ਵਿਚਾਰਧਾਰਾ ਨੂੰ ਲੈ ਕੇ ਤੇ ਸਾਰਿਆਂ ਨੂੰ ਨਾਲ ਲੈ ਕੇ ਜਿਹੜਾ ਉਹ ਚੱਲਣ ਦੀ ਹੁੰਦਾ ਹੈ। ਇਹ ਇੱਕ ਸ਼ੁਰੂਆਤ ਹੈ ਤੇ ਜੇ ਅਸੀਂ ਪਹਿਲਾਂ ਹੀ ਇੱਥੇ ਇਹ ਕਿੰਤੂ ਪ੍ਰੰਤੂ ਕਰੀਏ ਕਿ ਇਹ ਇਸ ਤਰ੍ਹਾਂ ਕਿਵੇਂ ਹੋਊ ਕਿਵੇਂ ਹੋਊ, ਇਹ ਸ਼ੁਰੂਆਤ ਹੈ। ਇਹ ਸ਼ੁਰੂਆਤ ਵਿੱਚ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਅਸੀਂ ਸਾਰੇ ਆਪੋ ਆਪਣਾ ਯੋਗਦਾਨ ਪਾਈਏ ਤੇ ਇਹਨੂੰ ਕਹੀਏ ਕਿ ਇਹ ਸ਼ਲਾਘਾਯੋਗ ਕਦਮ ਹੈ ਤੇ ਜਿਹੜੀ ਹੁਣ ਇਸ ਟਾਈਮ ਦੇ ਉੱਤੇ ਕੌਮ ਦੀ ਵਿਹੜੀ ਹੈ ਇਹਨੂੰ ਸਵਾਰਨ ਵਾਸਤੇ ਅਸੀਂ ਇਕੱਠੇ ਹੋ ਕੇ ਚੱਲੀਏ। ਠੀਕ ਹੈ ਜੀ ਭਾਈ ਸਾਹਿਬ, ਭਾਈ ਕਰਨੈਲ ਸਿੰਘ ਜੀ, ਅਗਰ ਇਹ ਬਣਦੀ ਆ ਤੇ ਇਹਦਾ ਜਿਹੜਾ ਮੇਨ ਸੈਂਟਰ ਆ ਉਹ ਕਿੱਥੇ ਹੋਏਗਾ? ਦੇਖੋ, ਇਹ ਤਾਂ ਜਿਹੜੇ ਇਸ ਮਸਲੇ ਦੇ ਵਿੱਚ ਕੰਮ ਕਰ ਰਹੇ ਨੇ, ਵਰਕ ਕਰ ਰਹੇ ਨੇ, ਇਹ ਤਾਂ ਉਹ ਦੱਸ ਸਕਦੇ ਨੇ। ਪਰ ਮੇਰਾ ਖਿਆਲ ਹੈ ਕਿ ਇਹਦਾ ਜਿਹੜਾ ਮੇਨ ਧੁਰਾ ਹੈ ਜਿੱਥੇ ਸਾਡੀ ਬਹੁਤ ਗਿਣਤੀ ਹੈ ਉਹ ਸਾਡੀ ਹੈਗੀ ਪੰਜਾਬ ਤੇ ਇਹਦਾ ਕਿਉਂਕਿ ਕੇਂਦਰੀ ਧੁਰਾ ਤਾਂ ਪੰਜਾਬ ਹੀ ਰਹਿਣਾ ਚਾਹੀਦਾ। ਲੇਕਿਨ ਜਿਹੜਾ ਇਸ ਦਾ ਪ੍ਰਭਾਵ ਹੈ ਉਹ ਜਦੋਂ ਵਿਸ਼ਵ ਵਿਆਪੀ ਅਸੀਂ ਲੈ ਕੇ ਚੱਲਾਂਗੇ ਤਾਂ ਉਸ ਦੇ ਵਿੱਚ ਸਾਨੂੰ ਇਹਦੇ ਅਲੱਗ-ਅਲੱਗ ਥਾਵਾਂ ਦੇ ਉੱਤੇ ਯੂਨਿਟ ਜਿਹੜੇ ਆ ਜਾਂ ਜਿਹੜੇ ਆਫਿਸ ਨੇ ਜਾਂ ਇਸ ਤਰ੍ਹਾਂ ਦਾ ਮਾਹੌਲ ਉਹ ਸਾਨੂੰ ਦੇਣਾ ਪਵੇਗਾ ਕਿ ਜਿੰਦਾ ਆਪਸੀ ਤਾਲਮੇਲ ਰਵੇ। ਸੋ ਜਿਵੇਂ ਸਿਰਸਾ ਸਾਹਿਬ ਕਹਿ ਰਹੇ ਨੇ ਕਿ ਸਾਰਿਆਂ ਨਾਲ ਤਾਲਮੇਲ ਦੀ ਲੋੜ ਹੈਗੀ ਹੈ। ਇਹਦਾ ਜੇ ਇਹੋ ਜਿਹਾ ਪ੍ਰਭਾਵ ਅਸੀਂ ਬਣਾ ਲਾਂਗੇ ਕਿ ਸਾਰਿਆਂ ਦਾ ਤਾਲਮੇਲ ਹੋਵੇਗਾ ਤਾਂ ਫਿਰ ਇਹ ਬੜਾ ਇੱਕ ਚੰਗਾ ਉਪਰਾਲਾ ਹੋਵੇਗਾ। ਠੀਕ ਹੈ ਜੀ, ਮੈਂ ਅਖੀਰ ਦੇ ਵਿੱਚ ਭਾਈ ਸਾਹਿਬ, ਭਾਈ ਬਲਦੇਵ ਸਿੰਘ ਜੀ, ਤੁਸੀਂ ਥੋੜ੍ਹੇ ਜਿਹੇ ਸੈਕਿੰਡ ਦੇ ਵਿੱਚ, ਕਿਉਂਕਿ ਟਾਈਮ ਥੋੜਾ ਰਹਿ ਗਿਆ, ਕੀ ਕਹਿਣਾ ਚਾਹੋਗੇ ਅਖੀਰ ਦੇ ਵਿੱਚ? ਮੈਂ ਇੱਕੋ ਗੱਲ ਕਹਾਂਗਾ ਕਿ ਜੇ ਵਾਕਈ ਅਸੀਂ ਅੱਜ ਆਪਣੇ ਆਪ ਨੂੰ ਗੁਰੂ ਦੇ ਸਿੱਖ ਕਹਾਉਣੇ ਆ ਤੇ ਸਿੱਖ ਕੌਮ ਦੀ ਅਸੀਂ ਜਿਹੜੀ ਵਿਗੜੀ ਹੋਈ ਆ ਉਹਨੂੰ ਸਵਾਰਨ ਵਾਸਤੇ ਇਸ ਪਾਸੇ ਜੇ ਉਪਰਾਲਾ ਕਰਦੇ ਆ ਤੇ ਸਾਨੂੰ ਸਾਰਿਆਂ ਨੂੰ ਰੱਖ ਕੇ ਜਿਹੜਾ ਉਹ ਕਰਨਾ ਚਾਹੀਦਾ। ਸਾਨੂੰ ਆਪਣੀ ਹਉਮੈ ਛੱਡਣੀ ਚਾਹੀਦੀ ਆ, ਸਾਨੂੰ ਹਉਮੈ ਦਾ ਤਿਆਗ ਜਿਹੜਾ ਕਰਨਾ ਚਾਹੀਦਾ ਤੇ ਹਉਮੈ ਛੱਡ ਕੇ ਜੇ ਅਸੀਂ ਇਕੱਠੇ ਹੋਵਾਂਗੇ ਤੇ ਫਿਰ ਜਿਹੜਾ ਹੋ ਸਕਦਾ ਮੈਂ ਤੇ ਕਹੂੰਗਾ ਕਿ ਸਾਨੂੰ ਸਾਰਿਆਂ ਨੂੰ ਇਸ ਪਾਸੇ ਜਿਹੜਾ ਉਹ ਕਦਮ ਪੁੱਟਣਾ ਚਾਹੀਦਾ ਔਰ ਇੱਕ ਦੂਸਰੇ ਦੇ ਨੇੜੇ ਲੱਗਣਾ ਚਾਹੀਦਾ। ਠੀਕ ਹੈ ਜੀ ਭਾਈ ਸਾਹਿਬ, ਭਾਈ ਬਲਦੇਵ ਸਿੰਘ ਜੀ ਸਿਰਸਾ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ। ਮੈਂ ਭਾਈ ਸਾਹਿਬ, ਭਾਈ ਕਰਨੈਲ ਸਿੰਘ ਉਹਨਾਂ ਵੱਲ ਆਵਾਂ, ਤੁਸੀਂ ਕੀ ਥੋੜ੍ਹੇ ਜਿਹੇ ਲਫ਼ਜ਼ਾਂ ਵਿੱਚ ਅਖੀਰ ਦੇ ਵਿੱਚ ਕਹਿਣਾ ਚਾਹੋਗੇ ਜੀ? ਮੈਂ ਬਸ ਇਹੋ ਹੀ ਗੱਲ ਕਹਿਣਾ ਚਾਹਾਂਗਾ ਕਿ ਸਾਨੂੰ ਬੀਤੇ ਤੋਂ ਸਬਕ ਸਿੱਖਣ ਦੀ ਲੋੜ ਹੈ ਤੇ ਇਹ ਸਾਡਾ ਸਮਾਂ ਜਿਹੜਾ ਉਹ ਆਪਣੀ ਕੌਮ ਦਾ ਤੇ ਆਪਣਾ ਸਾਨੂੰ ਖਰਾਬ ਨਹੀਂ ਕਰਨਾ ਚਾਹੀਦਾ। ਜਿਹੜਾ ਵੀ ਕਾਰਜ ਕਰਨਾ ਹੈ, ਕਿਉਂਕਿ ਇੱਕ ਪ੍ਰਭਾਵ ਬਣ ਚੁੱਕਾ ਹੈ ਕਿ ਅਸੀਂ ਓਪਰੀ ਗੱਲ ਕਰਦੇ ਹਾਂ ਵਿਖਾਵਾ ਮਾਤਰ, ਲੇਕਿਨ ਅਸੀਂ ਕਹਿੰਦੇ ਹਾਂ ਕਿ ਏਕਤਾ ਹੋਵੇ, ਲੇਕਿਨ ਏਕਤਾ ਜਿਹੜੀ ਉਹ ਸਾਡੇ ਮੂੰਹ ਤੇ ਹੁੰਦੀ ਹੈ, ਦਿਲ ਦੇ ਵਿੱਚ ਸਾਡੇ ਕੁਝ ਹੋਰ ਹੁੰਦਾ। ਸੋ ਸਾਨੂੰ ਅੰਦਰੋਂ ਤੇ ਬਾਹਰੋਂ ਇੱਕ ਹੋ ਕੇ ਜਿਹੜੇ ਸਾਡੇ ਸਾਹਮਣੇ ਚੁਣੌਤੀਆਂ ਨੇ ਉਹਨਾਂ ਪ੍ਰਤੀ ਅਸੀਂ ਇੱਕ ਚਾਰਟ ਤਿਆਰ ਕਰੀਏ ਤੇ ਕੌਮ ਨੂੰ ਦੱਸੀਏ ਕਿ ਆਹ ਸਾਡੇ ਮਸਲੇ ਨੇ, ਇਹਨਾਂ ਦੇ ਇੱਕ ਇੱਕ ਕਰਕੇ ਅਸੀਂ ਹੱਲ ਕਰਨਾ ਤੇ ਉਹਦੇ ਲਈ ਹੀ ਸਾਨੂੰ ਸਾਰਿਆਂ ਨੂੰ ਆਪਸੀ ਤਾਲਮੇਲ ਜਿਹੜਾ ਬੜਾ ਜ਼ਰੂਰੀ ਹੈ। ਠੀਕ ਹੈ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਇਸ ਪ੍ਰੋਗਰਾਮ ਦੇ ਵਿੱਚ ਜੁੜਨ ਵਾਸਤੇ। ਸੋ ਬਹੁਤ ਧੰਨਵਾਦ ਤੁਹਾਡਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਭਾਈ ਸਾਹਿਬ, ਭਾਈ ਹਰਿੰਦਰ ਸਿੰਘ ਜੀ, ਤੁਹਾਡੇ ਵੱਲ ਆਵਾਂ, ਤੁਸੀਂ ਅਖੀਰ ਦੇ ਵਿੱਚ ਦੋ ਲਫ਼ਜ਼ਾਂ ਦੇ ਵਿੱਚ ਕੀ ਕਹਿਣਾ ਚਾਹੋਗੇ? ਬਿਲਕੁਲ, ਮੈਂ ਇਹੀ ਗੱਲ ਕਹਿਣਾ ਚਾਹੂੰਗਾ ਅੰਤ ਦੇ ਉੱਤੇ ਕਿ ਭਾਈ ਜਗਤਾਰ ਸਿੰਘ ਹਵਾਰਾ ਦੇ ਵੱਲੋਂ ਇੱਕ ਕਮੇਟੀ ਜਿਹੜੀ ਆ ਬਣਾਈ ਜਾਵੇ, ਕਿਉਂਕਿ ਇਸ ਵੇਲੇ ਪੰਜਾਬ ਦੇ ਵਿੱਚ ਜਥੇਬੰਦੀਆਂ ਦਾ ਆਪਸ ਦੇ ਵਿੱਚ ਮਾਹੌਲ ਇਹਨਾਂ ਸੁਖਾਵਾਂ ਜਿਹੜਾ ਉਹ ਨਹੀਂ ਹੈਗਾ। ਉਹਨਾਂ ਵੱਲੋਂ ਇੱਕ ਕਮੇਟੀ ਜਿਹੜੀ ਆ ਉਸ ਦੇ ਵਿੱਚ ਸਿੱਖ ਜਿਹੜੇ ਆ ਉਹਨਾਂ ਨੂੰ ਪਾਇਆ ਜਾਵੇ ਕਿ ਇੰਨੀ ਮੈਂਬਰੀ ਕਮੇਟੀ ਜਿਹੜੀ ਬਣੀ ਹੈ ਤੇ ਉਹ ਸਾਰੀਆਂ ਜਥੇਬੰਦੀਆਂ ਦੇ ਨਾਲ ਮਿਲੇ ਜਾ ਕੇ ਤਾਲਮੇਲ ਕਰੇ, ਉੱਥੋਂ ਕੀ ਕਿਹਾ ਜਾਂਦਾ ਵਾ ਸਾਰੀ ਫੀਡਬੈਕ ਜਿਹੜੀ ਆ ਉਹ ਲਈ ਜਾਵੇ, ਸਾਰਾ ਕੁਝ ਲਿਆ ਜਾਵੇ। ਪਹਿਲੋਂ ਆਪਣਾ ਇੱਥੋਂ ਪੰਜਾਬ ਤੋਂ, ਭਾਰਤ ਤੋਂ ਜਿਹੜੀਆਂ ਜਥੇਬੰਦੀਆਂ ਆ ਉਹਨਾਂ ਨਾਲ ਗੱਲ ਕਰਕੇ ਤੁਰੀਏ ਤੇ ਫਿਰ ਅਸੀਂ ਬਾਹਰ ਜਿਹੜੇ ਰਹਿੰਦੇ ਸਿੱਖ ਆ ਤੇ ਹੋਰ ਜਥੇਬੰਦੀਆਂ ਬਾਹਰ ਦੀਆਂ ਉਹਨਾਂ ਨਾਲ ਗੱਲ ਜਿਹੜੀ ਉਹ ਬਾਅਦ 'ਚ ਕਰੀਏ। ਪਹਿਲੋਂ ਅਸੀਂ ਆਪ ਇਕੱਠੇ ਹੋ ਕੇ ਚੱਲੀਏ ਤੇ ਇੱਕ ਕਮੇਟੀ ਦੇ ਰੂਪ ਦੇ ਵਿੱਚ ਕਮੇਟੀ ਬਣੇ ਜਿਹੜੀ ਸਾਰਿਆਂ ਜਥੇਬੰਦੀਆਂ ਨੂੰ ਮਿਲੇ, ਜੇ ਕਿਸੇ ਨੂੰ ਕੋਈ ਸ਼ਿਕਾਇਤ ਜਿਹੜੀ ਆ ਉਹ ਨਾ ਹੋਵੇ। ਠੀਕ ਹੈ ਜੀ। ਇਹਦੇ ਵਿੱਚ ਭਾਈ ਸਾਹਿਬ, ਭਾਈ ਹਰਿੰਦਰ ਸਿੰਘ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਹੈ।
ਅਖੀਰ ਦੇ ਵਿੱਚ ਮੈਂ ਸਾਰਿਆਂ ਦਾ ਧੰਨਵਾਦ ਕਰਾਂਗਾ। ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਜੋ ਪੰਜ ਪਿਆਰਿਆਂ ਦੇ ਵਿੱਚੋਂ ਹਨ, ਉਹਨਾਂ ਦਾ ਵੀ ਧੰਨਵਾਦ ਹੈ ਜੀ। ਭਾਈ ਸਾਹਿਬ ਭਾਈ ਬਲਦੇਵ ਸਿੰਘ ਜੀ ਸਿਰਸਾ, ਉਹਨਾਂ ਦਾ ਵੀ ਧੰਨਵਾਦ ਹੈ ਜੀ। ਤੇ ਭਾਈ ਸਾਹਿਬ ਭਾਈ ਕਰਨੈਲ ਸਿੰਘ ਪੀਰ ਮੁਹੰਮਦ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਤੇ ਸਾਡੇ ਪੱਤਰਕਾਰ ਭਾਈ ਸਾਹਿਬ ਭਾਈ ਹਰਿੰਦਰ ਸਿੰਘ ਗਿੱਲ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਹੈ। ਪਿਆਰੇ ਦਰਸ਼ਕੋ, ਤੁਸੀਂ ਇਹ ਪ੍ਰੋਗਰਾਮ ਦੇਖਦੇ ਰਹੋ, ਤੁਹਾਡੇ ਵਾਸਤੇ ਹੀ ਇਹ ਪ੍ਰੋਗਰਾਮ ਲੈ ਕੇ ਆਏ ਹਾਂ, ਬਿਹਾਈਂਡ ਦਾ ਹੈਡਲਾਈਨਸ। ਸੋ ਸਮਾਂ ਹੋ ਗਿਆ, ਸਾਨੂੰ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।